ਨਾਲ ਸੁਣੋ ਜੀ। 15 ਪ੍ਰਸ਼ਨ ਸੁਨੇ ਸਭ ਕਾਨ। ਭਾਈ ਦਇਆ ਸਿੰਘ ਜੀ ਨੇ 15 ਪ੍ਰਸ਼ਨ ਆਪਣੇ ਕੰਨਾਂ ਦੇ ਨਾਲ ਸੁਣੇ। ਦਇਆ ਸਿੰਘ ਜੀ ਕਰਤ ਬਖਾਨ। ਤਾਂ ਪਿਆਰੇ ਦਇਆ ਸਿੰਘ ਜੀ ਨੇ ਕਹਿਣਾ ਕੀਤਾ ਪਰ ਗੁਰੂ ਬਰਸਨਤਾ ਤਾਰੈ। ਕਿ ਸਾਧ ਸੰਗਤ ਜੀ ਜਿਹਦੇ ਤੇ ਗੁਰੂ ਸਾਹਿਬ ਪ੍ਰਸੰਨਤਾ ਧਾਰਨ ਕਰਦੇ ਹਨ, ਸੁਣ ਕੈ ਦ੍ਰਿੜ ਨਿਸ਼ਚਾ ਸੋ ਕਰੈ। ਉਹ ਸੁਣ ਕੇ ਦ੍ਰਿੜ ਨਿਸ਼ਚਾ ਧਾਰਨ ਕਰ ਲੈਂਦੇ ਹਨ। ਸੁਣੀਐ ਸਭ ਕੇ ਰੂਪ ਬਖਾਨੋ। ਸੁਣੋ ਮੈਂ ਸਾਰਿਆਂ ਦੇ ਰੂਪ ਵਰਣਨ ਕਰਦਾ ਹਾਂ। ਗੁਰ ਕਰਣਾ ਤੇ ਮੈਂ ਜਿਮ ਜਾਨੋ। ਗੁਰੂ ਜੀ ਦੀ ਕਿਰਪਾ ਨਾਲ ਜਿਵੇਂ ਮੈਂ ਜਾਣਦਾ ਹਾਂ। ਜਿਸ ਜਾਣੇ ਅਰ ਨਿਰਣੈ ਕਰੇ। ਜਿਸ ਨੇ ਜਾਣੇ ਅਤੇ ਨਿਰਣੇ ਕੀਤੇ ਹਨ। ਸਗ ਸਾਗਰ ਤੇ ਸੋ ਨਿਰਤਾਰੇ। ਉਹ ਜਿਹੜੇ ਪ੍ਰਾਣੀ ਨੇ ਭਵ ਸਾਗਰ ਤੋਂ ਪਾਰ ਹੋ ਗਏ ਹਨ। ਸਵਈਆ ਛੰਦ ਬਿਨ ਆਕਾਰ ਬਿਨ ਜਨਮ ਅਨਾਦਿ। ਹੁਣ ਅਗਿਆਨ ਦੇ ਲੱਛਣ ਚੱਲੇ ਹੈ ਕਿ ਜਿਹੜਾ ਅਗਿਆਨ ਹੈ ਉਹ ਬਿਨ ਆਕਾਰ ਹੈ, ਬਿਨਾ ਜਨਮ ਹੈ ਅਤੇ ਜੋ ਅਨਾਦਿ। ਰਹਿ ਇੱਕ ਦੇਸ ਬ੍ਰਹਮ ਕੇ ਮਾਹੇ। ਇੱਕ ਬ੍ਰਹਮ ਦੇਸ਼ ਦੇ ਵਿੱਚ ਨਾਮ ਗਿਆਨ ਲਿਏ ਖਟ ਸੰਗਿਆ। ਜਿਸ ਦਾ ਨਾਮ ਅਗਿਆਨ ਹੈ ਉਹ ਛੇ ਸੰਗਿਆ ਲੈ ਕੇ ਇੱਕ ਚੇਤਨ ਵਿਆਪਕ ਵਿੱਚ ਤਾਹੇ। ਜਿਹਦੇ ਵਿੱਚ ਇੱਕ ਚੇਤਨ ਵਿਆਪਕ ਹੈ। ਚੇਤਨ ਸੋ ਸਬੰਧ ਈਸ਼ਵਰਤਾ। ਸੋ ਇੱਕ ਚੇਤਨਾ ਹੈ ਈਸ਼ਰ ਦੇ ਨਾਲ ਜੋ ਸੰਬੰਧ ਹੋਇਆ ਹੈ। ਚਤੁਰਥ ਸੰਗਿਆ ਜੀਵ ਬਜ ਆਹੇ। ਚੌਥੀ ਜੋ ਸੰਗਿਆ ਜੀਵ ਹੈ ਸੋ ਉਹ ਵਿੱਚ ਬੀਜ ਹੈ। ਈਸ਼ਵਰ ਜੀਵ ਵਿਭਾਗ ਪੰਚਮੋ। ਜੀਵ ਅਤੇ ਈਸ਼ ਜਿਹੜੇ ਪੰਜ ਹਿੱਸੇ ਹਨ। ਦਿਰਦਾ ਪਾਸ ਕਸ਼ਟਮ ਲਖ ਵਾਹੇ। ਅਤੇ ਜੋ ਚੇਤਨ ਦੇ ਵਿੱਚ ਪ੍ਰਤੀਬਿੰਬ ਹੈ ਉਹਨੂੰ ਤੁਸੀਂ ਸੇਵਾ ਕਰਕੇ ਜਾਣ ਲਓ। ਭਾਵ ਜੋ ਬਿਨ ਆਕਾਰ ਬਿਨ ਜਨਮ ਅਤੇ ਅਨਾਦਿ ਇੱਕ ਬ੍ਰਹਮ ਦੇਸ਼ ਦੇ ਵਿੱਚ ਰਹਿੰਦਾ ਹੈ, ਜਿਸ ਦਾ ਨਾਮ ਅਗਿਆਨ ਹੈ। ਇਸ ਅਗਿਆਨ ਦੇ ਕਾਰਨ ਛੇ ਸੰਗਿਆ ਹੋ ਗਈਆਂ ਹਨ। ਇਹਨਾਂ ਵਿੱਚ ਇੱਕ ਵਿਆਪਕ ਚੈਤਨ ਹੈ, ਦੂਸਰਾ ਚੇਤਨਾ ਹੈ, ਤੀਸਰਾ ਈਸ਼ਵਰਤਾ ਹੈ, ਚੌਥੀ ਸੰਗਿਆ ਜੀਵ ਬੀਜ ਹੈ। ਜੀਵ ਈਸ਼ ਵਿਭਾਗ ਪੰਜਵਾਂ ਹੈ ਤੇ ਛੇਵਾਂ ਜਿਹਦਾ ਭਾਵ ਸਮਝ ਲਵੋ। ਜਿਸ ਅਗਿਆਨ ਬਿਖਾਏ ਖਟ ਹੈ। ਸੋ ਜਿਸ ਅਗਿਆਨ ਦੇ ਵਿੱਚ ਇਹ ਸੰਗਿਆ ਹਨ। ਸੂਖਮ ਭੂਤ ਪ੍ਰਗਟ ਹੋਏ ਨਾਹੀ। ਅਤੇ ਸੂਖਮ ਰੂਪ ਹੋ ਕੇ ਰਹਿੰਦੇ ਨੇ, ਪ੍ਰਗਟਦੇ ਨਹੀਂ ਹਨ। ਜੈਸਾ ਜੈਮਾ ਬਟ ਬੀਜ ਬਿਖੈ ਜਟ ਤੁਕ ਦਾਲਾ। ਜਿਵੇਂ ਬੋਹੜ ਦੇ ਦਰਖਤ ਦੇ ਵਿੱਚ ਜੜ੍ਹਾਂ, ਛਿੱਲਾਂ, ਪੱਤੇ, ਡਾਹਣੀਆਂ ਇਤਿਆਦਿਕ ਸਾਖਾ ਕਾਂਡ ਸਹਿਤ ਫਲ ਆਹੇ। ਅਤੇ ਵੱਡੇ ਵੱਡੇ ਡਾਹਣੇ ਫਲ ਦੇ ਸਹਿਤ ਹੁੰਦੇ ਹਨ। ਤਿਸ ਕੋ ਅਭਿਆ ਕ੍ਰਿਤ ਕਹੀਐ। ਉਸ ਨੂੰ ਅਭਿਆਕਤ ਕ੍ਰਿਤ ਕਿਹਾ ਜਾਂਦਾ ਹੈ। ਮਨ ਅਭਿਆ ਕਤ ਨਾਮ ਪਿਤਾ ਫਿਰ ਹੈ। ਉਸ ਦਾ ਨਾਮ ਵੀ ਅਭਿਅਕਤ ਹੈ। ਸਾਮਿ ਅਵਸਥਾ ਪ੍ਰਥਮ ਹੀ ਹੈ। ਪਹਿਲੀ ਸਾਮ ਅਵਸਥਾ ਇਹੀ ਹੈ। ਵੇਦਨ ਆਦ ਸੰਤ ਸਭ ਪ੍ਰਾਹੇ। ਵੇਦ ਅਤੇ ਸੰਤ ਸਾਰੇ ਕਹਿੰਦੇ ਹਨ। ਤ੍ਰੈ ਗੁਣ ਮਾਤਕ ਮਾ ਸਾਮਿ ਅਵਸਥਾ। ਤਿੰਨਾਂ ਗੁਣਾਂ ਦੇ ਸਰੂਪ ਵਾਲੀ ਇਹ ਜੋ ਸਾਮ ਅਵਸਥਾ ਹੈ। ਚੇਤਨ ਭਾਸ ਸਹਿਤ ਪਹਿਚਾਨ। ਚੇਤਨ ਭਾਸ ਸਹਿਤ ਪਹਿਚਾਨੋ। ਭਾਸ ਕਹਿੰਦੇ ਨੇ ਪ੍ਰਤੀਬਿੰਬ ਨੂੰ। ਤਿੰਨਾਂ ਗੁਣਾਂ ਦੀ ਸਾਮ ਅਵਸਥਾ ਰਜੋ ਸਤੋ ਤੇ ਤਮੋ
ਇਹਦੇ ਵਿੱਚ ਚੇਤਨ ਦਾ ਜਦ ਪ੍ਰਤੀਬਿੰਬ ਪਿਆ ਹੈ, ਹੋਏ ਵਿਕਾਰ ਅਵਸਥਾ ਤਿਸ ਕੀ, ਤਿਸ ਦੀ ਵਿਕਾਰ ਅਵਸਥਾ ਵੀ ਹੁੰਦੀ ਹੈ। ਪ੍ਰਥਕ ਪ੍ਰਥਕ ਬਨਤੈ ਗੁਣਵਾਨ, ਜਿਸ ਨੂੰ ਗੁਣਵਾਨ ਵੱਖ-ਵੱਖ ਬਿਆਨ ਕਰਦੇ ਹਨ। ਸਤ ਰਾਜ ਤਮ ਗੁਣ ਸੁਦਾ ਸੁਧ, ਇਹ ਅਗਿਆਨ ਬਾਰੇ ਆਖਿਆ ਹੈ। ਹੁਣ ਮਾਇਆ ਬਾਰੇ ਗੱਲ ਚੱਲੀ ਹੈ। ਸਤੋ ਰਜੋ ਤਮੋ ਤਿੰਨ ਗੁਣ ਦੇ ਨਾਲ ਲਏ ਹੋਏ। ਏ ਚਿਦਾ ਪਾਸ ਜੁਤ ਲੀਏ ਪ੍ਰਦਾਨ, ਆਪਣੇ ਸ਼ੁੱਧ ਰੂਪ ਦੇ ਵਿੱਚ ਚਿਦਾ ਭਾਸ਼ ਨਾਲ ਮਿਲ ਕੇ ਪ੍ਰਧਾਨ ਕਹਿਲਾਉਂਦੀ ਹੈ। ਸੁਨੋ ਸਿੱਖ ਸੋ ਲਖੀਆ, ਇਹ ਸਿੱਖੋ ਸੁਣੋ, ਇਸ ਨੂੰ ਮਾਇਆ ਆਪਣੇ ਹਿਰਦੇ ਦੇ ਵਿੱਚ ਸਮਝੋ। ਸਾਰੇ ਇਸ ਪ੍ਰਕਾਰ ਬਿਆਨ ਕਰਦੇ ਨੇ। ਸਮਝ ਰਿਦੇ ਸਭ ਕਰੈ ਬਖਾਨ, ਸਾਰੇ ਇਸ ਤਰ੍ਹਾਂ ਹਿਰਦੇ ਵਿੱਚ ਸਮਝੋ, ਇੰਜ ਬਿਆਨ ਕਰਦੇ ਹਨ। ਸਾਮਿ ਅਵਸਥਾ ਚਿਦਾ ਪਾਸਲੇ, ਸੋ ਹੁਣ ਅਵਿਦਿਆ ਬਾਰੇ ਦੱਸਦੇ ਨੇ ਕਿ ਜੋ ਤਿੰਨਾਂ ਗੁਣਾਂ ਦੀ ਸਾਮ ਅਵਸਥਾ ਹੈ, ਚਿਦਾ ਪਾਸ ਵਿਕਾਰ ਅਵਸਥਾ ਲੈ ਲੈਂਦੀ ਹੈ। ਭਈ ਵਿਕਾਰ ਅਵਸਥਾ ਸੋਏ, ਸੋ ਚਿਦਾ ਪਾਸ ਵਿਕਾਰ ਅਵਸਥਾ ਲੈ ਲੈਂਦੀ ਹੈ। ਸਦ ਸਤਰਵਲੇ ਮਾਇਆ ਜੰਪੀ, ਸਤਵ ਆਦ ਦੇ ਤਿੰਨ ਗੁਣਾਂ ਦੀ ਮਲੀਨਤਾ ਮੁੱਖ ਹੈ। ਮਲਨ ਸਤਵ ਮੁਖ ਤ੍ਰੈ ਗੁਣ ਜੋਏ, ਜਿਸ ਦੇ ਵਿੱਚ ਉਹਨੂੰ ਅਵਿਦਿਆ ਜਾਣਨਾ ਕਰੋ। ਜੋ ਮਾਇਆ ਦੀ ਸ਼ੁੱਧ ਸਤੋਗੁਣ ਲੈ ਕੇ ਤੇ ਤਿੰਨਾਂ ਗੁਣਾਂ ਦੀ ਮਲੀਨਤਾ ਦੀ ਸਹਿਤ ਹੋਈ ਹੈ, ਉਹਨੂੰ ਅਵਿਦਿਆ ਜਾਣੋ। ਤਿਸ ਕੋ ਲਏ ਵਿਦਿਆ ਜਾਨੋ, ਉਹ ਅਵਿਦਿਆ ਗੁਰੂ ਜੀ ਮਹਾਰਾਜ ਦੇ ਉਪਦੇਸ਼ ਦੇ ਨਾਲ, ਗੁਰੇ ਉਪਦੇਸ਼ ਬਨਾਸੀ ਹੋਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਨਾਲ ਨਾਸ਼ ਹੁੰਦੀ ਹੈ। ਅੰਤ ਸਕਰਨ ਬਿਰਤ ਜਬ ਉਪਜੇ, ਹੁਣ ਵਿਦਿਆ ਦਾ ਸਰੂਪ ਕਹਿੰਦੇ ਨੇ ਜਿਹੜੀ ਅਵਿਦਿਆ ਨਾਸ਼ਕ ਹੈ। ਅੰਤःਕਰਨ ਵਿੱਚ ਜਦ ਅਹੰ ਬ੍ਰਹਮ ਅਸਮੀ ਦੀ ਬਿਰਤੀ ਪੈਦਾ ਹੋਈ, ਅਹੰ ਬ੍ਰਹਮਾਸਮ ਦਵੈਤ ਨ ਕੋਏ, ਫਿਰ ਦਵੈਤ ਕੋਈ ਨਹੀਂ ਕਹਿੰਦਾ ਹੈ। ਦੋਹਰਾ ਬਿਰਤੇ ਅਖੰਡਾ ਕਾਰ ਅਸ, ਐਸੀ ਅਖੰਡਾ ਕਰ ਬਿਰਤੀ ਦਾ ਨਾਮ ਵਿਦਿਆ ਨਾਮ ਸੋ ਜਾਨ, ਇਹਨਾਂ ਦਾ ਨਾਮ ਵਿਦਿਆ ਜਾਣੋ। ਕਾਰਨ ਕਾਰਜ ਭੇਦ ਤੇ, ਇਸ ਵਿਦਿਆ ਦੇ ਨਾਲ ਦੋ ਤਰ੍ਹਾਂ ਦਾ ਅਗਿਆਨ, ਕਾਰਨ ਤੇ ਕਾਰਜ ਰੂਪ। ਦੁਬਦਾ ਹਾਨ ਅਗਿਆਨ, ਸੋ ਦੁਬਦਾ ਅਤੇ ਅਗਿਆਨ ਇਹ ਨਸ਼ਟ ਹੋ ਜਾਂਦੇ ਹਨ। ਚਾਹ ਪਾਈ ਤਨ ਇੰਦਰੀ ਮਨ ਪ੍ਰਾਣ ਅਨਤਮ, ਹੁਣ ਬੰਧਨ ਬਾਰੇ ਦੱਸਦੇ ਨੇ ਕਿ ਤਨ ਇੰਦਰੀ ਮਨ ਪ੍ਰਾਣ ਇਸ ਸੰਗਾਤ ਵਿਖੈ ਬੁੱਧ ਆਤਮ, ਇਹ ਸਾਰੇ ਅਨਾਤਮਾ ਹਨ। ਇਹਨਾਂ ਦੇ ਸਮੂਹ ਵਿੱਚ ਜੋ ਆਤਮਾ ਬੁੱਧੀ ਕਰਨੀ ਹੈ, ਬੰਧਨ ਇਹ ਸਦਾ ਦੁਖ ਕਾਰਨ, ਭਾਵ ਜੋ ਇਹਨਾਂ ਨੂੰ ਆਪਣਾ ਆਪ ਸਮਝਦਾ, ਬੰਧਨ ਇਹ ਹੈ ਜੋ ਸਦਾ ਦੁੱਖ ਦਾ ਕਾਰਨ ਹੈ। ਦੇਹ ਨੂੰ ਅਹੰ ਦੇ ਲਖ ਕਰੈ ਉਚਾਰਨ, ਆਪਣਾ ਆਪ ਸਮਝ ਕੇ ਉਚਾਰਨ ਕਰਦਾ ਹੈ ਕਿ ਮੈਂ ਦੇਹ ਹਾਂ। ਇਹੀ ਸੋ ਜਿਹੜਾ ਅਹੰ ਭਾਵ ਹੈ, ਇਹਦੇ ਨਾਲ ਹੀ ਬੰਧਨ ਪਏ ਹੋਏ ਹਨ। ਦੋਹਰਾ ਅਭਿਆਸੈ ਗੁਰ ਸ਼ਬਦ ਕੋ, ਸੋ ਇੰਜ ਜਿਹੜਾ ਸਿੰਘਾਂ ਨੇ ਅਗਿਆਨ ਦਾ ਰੂਪ ਪੁੱਛਿਆ ਸੀਗਾ, ਮਾਇਆ ਬਾਰੇ ਪੁੱਛਿਆ ਸੀ, ਅਵਿਦਿਆ ਬਾਰੇ ਪੁੱਛਿਆ ਸੀ, ਬੰਧਨ ਬਾਰੇ ਪੁੱਛਿਆ ਸੀ, ਉਹ ਸਾਰੀ ਵਿਆਖਿਆ ਪਿਆਰੇ ਦਇਆ ਸਿੰਘ ਸਾਹਿਬ ਨੇ ਕੀਤੀ ਹੈ। ਸੋ ਅਹੰ ਭਾਵ ਦੇ ਕਰਕੇ ਹੀ ਇਹ ਬੰਧਨਾਂ ਦੇ ਵਿੱਚ ਪਿਆ ਹੈ।
ਹੁਣ ਮੋਖ ਬਾਰੇ ਦੱਸਦੇ ਨੇ। ਦੋਹਰਾਇ ਅਭਿਆਸੈ ਗੁਰ ਸ਼ਬਦ ਕੋ, ਗੁਰੂ ਜੀ ਦੇ ਸ਼ਬਦ ਦਾ ਜੇ ਅਭਿਆਸ ਕਰੇ ਮਿਟੈ ਦੇਹ ਅਭਮਾਨ, ਤਾਂ ਦੇਹ ਦਾ ਅਭਿਮਾਨ ਮਿਟ ਜਾਂਦਾ ਹੈ। ਸਤ ਚੇਤਨ ਆਨੰਦਮੈ, ਸਤ ਚੇਤਨ ਆਨੰਦ ਦੇ ਵਿੱਚ ਮੁਕਤ ਸੁਜਾਨ ਸੁਜਾਨ, ਇਹ ਜੀਵ ਸ੍ਰੇਸ਼ਟ ਮੁਕਤੀ ਪ੍ਰਾਪਤ ਕਰਦਾ ਹੈ। ਸਵਈਆ ਛੰਦ ਅਧਿਆਤਮ ਗੋ ਰੂਪ ਚਰ ਚਤੁਰਦਸ। ਹੁਣ ਜਾਗਰਤ ਬਾਰੇ ਦੱਸਦੇ ਨੇ ਕਿ 14 ਇੰਦਰੀਆਂ ਦੇ ਸਮੂਹ ਨੂੰ ਅਧਿਆਤਮ ਕਹਿੰਦੇ ਹਨ। ਇਤੈ ਵਿਖੇ ਅਦਭੂਤ ਸੁਜਾਨ, ਇਹਨਾਂ ਦੇ ਵਿਸ਼ੇ ਵੀ 14 ਹਨ। ਇਨੋ ਦੇਵ ਅਦ ਦੇਵ ਚਤੁਰਦਸ। ਉਹਨਾਂ ਨੂੰ ਅਧਿਭੂਤ ਜਾਣੋ। ਇਹਨਾਂ ਦੇ ਦੇਵਤੇ ਵੀ ਅੱਗੇ 14 ਨੇ, ਉਹਨਾਂ ਨੂੰ ਅਧਿ ਦੇਵ ਜਾਣਨਾ ਕਰੋ। ਬਿਆਲੀ ਫੁਰ ਪਾਵ ਵਿਦਮਾਨ, ਜਿਸ ਹਾਲਤ ਵਿੱਚ 42 ਪ੍ਰਤੱਖ ਫੁਰ ਰਹੇ ਨੇ ਉਹਨੂੰ ਜਾਗਰਤ ਕਹਿੰਦੇ ਨੇ। ਸੁਖਪਤ ਸੁਪਨ ਅਭਾਵ ਫਰੈ ਗਨ, ਸੁਖੋਪਤੀ ਤੇ ਸੁਪਨ ਦਾ ਅਭਾਵ ਹੈ ਜਿਸ ਦੇ ਵਿੱਚ ਮੂਰਤ ਵਸਿਸ਼ ਮੈਂ ਸਭ ਪਛਾਨ, ਜਿਹਦੇ ਵਿੱਚ ਵਿਅਸ਼ਟੀ ਤੇ ਸਮਸ਼ਟੀ ਦੀਆਂ ਸਾਰੀਆਂ ਮੂਰਤਾਂ ਸਪੂਰਨ ਹੋ ਰਹੀਆਂ ਨੇ। ਪਰ ਸਰਬ ਸਾਖੀ ਮੈਂ ਜਾਗਰਤ, ਜਿਸ ਵੇਲੇ ਸਾਰੇ ਸਾਖੀ ਵਿੱਚ ਸਪੂਰਨ ਹੋ ਰਹੇ ਨੇ। ਵਿਸ਼ਵ ਬਿਮਾਨੀ ਕੇਲ ਹੋ ਮਾਨ, ਉਹ ਜਾਗਰਤ ਅਵਸਥਾ ਹੈ। ਇਸ ਨੂੰ ਵਿਸ਼ਵ ਅਭਿਮਾਨੀ ਦੀ ਜਾਗਰਤ ਅਵਸਥਾ ਕਹਿੰਦੇ ਨੇ। ਇਹ ਜਾਗਰਤ ਅਵਸਥਾ ਨੂੰ ਅਨੁਭਵ ਕਰਦਾ ਹੈ ਕਿ ਮੈਂ ਜਾਗਦਾ ਹਾਂ, ਇਸ ਕਰਕੇ ਇਹਨੂੰ ਜਾਗਰਤ ਦਾ ਅਭਿਮਾਨੀ ਕਹਿੰਦੇ ਨੇ। ਥੂਲ ਸਰੀਰ ਨ ਥੂਲ ਵਿਖੈ ਨ ਹੈ, ਸੁਪਨ ਅਵਸਥਾ, ਜਿਸ ਅਵਸਥਾ ਦੇ ਵਿੱਚ ਨਾ ਸਥੂਲ ਸਰੀਰ ਨਾ ਸਥੂਲ ਵਿਸ਼ੇ। ਸੁਖਪਤ ਕੋ ਅਪਾਵਜ ਸਮਾਹੇ, ਜੋ ਪਿਛੇ 14 ਅਧਿਆਤਮਕ ਆਦਿਕ 42 ਕਹੇ ਨੇ। ਸੇ 14 ਅਧਿਆਤਮਾਦ ਕੇ, ਜਿੱਥੇ ਜੋ ਵੀ 14 ਸੋ ਜਿਹੜੀਆਂ ਇੰਦਰੀਆਂ ਨੇ ਗਾਂ 14 ਉਹਨਾਂ ਦੇ ਵਿਸ਼ੇ ਨੇ। ਸੋ ਇਹ ਸਾਰੇ ਜੋ 42 ਆਖੇ ਹਨ। ਰਹਿਤ ਸਮਗਰ ਵਾਸਨ ਜਾਹੇ, ਜਿੱਥੇ ਸਾਰੀਆਂ ਵਾਸ਼ਨਾਵਾਂ ਰਹਿੰਦੀਆਂ ਉਥੇ ਅਵਿਦਿਆ ਮੈਂ ਸੂਖਮ ਵਿਵਹਾਰ, ਜੋ ਸਾਖੀ ਨੂੰ ਅਵਿਦਿਆਮਈ ਸੂਖਮ ਅਮੂਰਤ ਵਿਵਹਾਰ ਫੁਰਦਾ ਹੈ। ਜੋ ਫੁਰੈ ਅਮੂਰਤ ਸਾਖੀ ਮਾਹੇ, ਸੋ ਜਿਹੜਾ ਅਵਿਦਿਆਮਈ ਸੂਖਮ ਅਮੂਰਤ ਵਿਵਹਾਰ ਫੁਰਦਾ ਹੈ ਉਹਨੂੰ ਸੁਪਨ ਅਵਸਥਾ ਕਹਿੰਦੇ ਨੇ। ਤੈਸ ਜਸ ਅਭਮਾਨੀ ਕੇ ਜਾਨਾ ਹੋ, ਉਹ ਅਵਸਥਾ ਤੇਜਸ ਅਭਿਮਾਨੀ ਦੀ ਜਾਣਨਾ ਕਰੋ। ਸੁਪਨ ਅਵਸਥਾ ਕਹੀਆ ਤਾਹੇ, ਉਸੇ ਨੂੰ ਹੀ ਸੁਪਨ ਅਵਸਥਾ ਕਹੀਦਾ ਹੈ। ਸਮਗਰ ਵਾਸਨ ਮੈਂ ਜੋ ਅਮੂਰਤ, ਸਾਰੀਆਂ ਵਾਸ਼ਨਾ ਦੇ ਵਿੱਚ ਜੋ ਅਮੂਰਤ ਹੈ। ਸਰਵ ਵਿਦਿਆ ਕੋ ਵਿਵਹਾਰ, ਸੋ ਸਭ ਤਰ੍ਹਾਂ ਕਰਕੇ ਅਵਿਦਿਆ ਦਾ ਵਿਵਹਾਰ ਹੈ। ਕਾਰਨ ਦੇਹ ਵਿਦਿਆ ਮਹ, ਕਾਰਨ ਦੇਹ ਦੇ ਵਿੱਚ ਅਵਿਦਿਆ ਹੈ। ਇਹ ਭਏ ਲੀਨ ਸੁਖ ਮਤਾ ਸਾਰ, ਜਿਹਦੇ ਵਿੱਚ ਜਿਹੜੇ ਸੂਖਮ ਤੱਤਵ ਲੀਨ ਹੋ ਗਏ। ਸਾਖੀ ਗਿਆਨ ਰਹਿਓ ਸਨ ਮਾਤਰੰ, ਸਾਖੀ ਦਾ ਗਿਆਨ ਸੋ ਕਹਿਣ ਮਾਤਰਿਆ। ਪ੍ਰਾਗ ਅਭਮਾਨੀ ਕੇ ਨਿਰਤਾਰ, ਰਾਗ ਅਭਿਮਾਨੀ ਦੀ ਅਵਸਥਾ ਨਿਰਣੇ ਕਰੋ। ਇਹ ਸੁਖਪਤੀ ਅਵਸਥਾ ਲਖ ਸਿੱਖ, ਇਹ ਸੁਖੋਪਤੀ ਅਵਸਥਾ ਜਾਣਨਾ ਕਰੋ। ਤਿੰਨੋਂ ਭਾਨੀ ਭਲੇ ਉਰ ਧਾਰ, ਇਹ ਤਿੰਨੇ ਚੰਗੀ ਤਰ੍ਹਾਂ ਵਿਚਾਰ ਕਰਕੇ ਦਸੀਆਂ ਨੇ। ਸਾਰੀਆਂ ਵਾਸ਼ਨਾ ਰੂਪ ਜੋ ਅਮੂਰਤ ਵਿਵਹਾਰ ਹੈ ਅਤੇ ਅਵਿਦਿਆ ਦਾ ਸਰਬ ਵਿਵਹਾਰ ਹੈ। ਇਹ ਕਾਰਨ ਦੇ ਰੂਪ ਅਵਿਦਿਆ ਵਿੱਚ ਸੂਖਮ ਹੋ ਕੇ ਜਿੱਥੇ ਸਾਰਾ ਲੀਨ ਹੋ ਗਿਆ,
ਜਿੱਥੇ ਸੱਤ ਮਾਤਰ ਦਾ ਗਿਆਨ ਸਾਖੀ ਰਹਿ ਗਿਆ, ਇਹ ਸਿੱਖਿਓ ਉਹਨੂੰ ਸੁਖੋਪ ਦੀ ਅਵਸਥਾ ਸਮਝੋ। ਇਹ ਅਵਸਥਾ ਪ੍ਰਾਗ ਅਭਿਮਾਨੀ ਦੀ ਹੈ। ਇਹ ਜੋ ਵਿਦਾਂਤ ਦੇ ਮੁਤਾਬਕ ਕਵੀ ਸੰਤੋਖ ਸਿੰਘ ਜੀ ਸਾਨੂੰ ਸਮਝਾ ਰਹੇ ਨੇ, ਅਸਲ ਦੇ ਵਿੱਚ ਜੇ ਮੋਟੇ ਤੌਰ 'ਤੇ ਪੰਜਾਬੀ ਵਿੱਚ ਸਮਝਣਾ ਹੋਵੇ, ਇਹ ਥੋੜ੍ਹਾ ਪੜ੍ਹਾਈ ਦੀ ਬੋਲੀ ਦੇ ਵਿੱਚ ਹੈ, ਤਾਂ ਮੋਟੇ ਤੌਰ 'ਤੇ ਪੰਜਾਬੀ ਠੇਠ ਪੰਜਾਬੀ 'ਚ ਇਹਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਅਗਿਆਨ। ਅਗਿਆਨ ਕਿਹਨੂੰ ਕਹਿੰਦੇ ਨੇ? ਮੰਨ ਲਓ ਕਿ ਹਨੇਰਾ ਹੈ, ਜਿੱਥੇ ਹੱਥ ਪਸਾਰਿਆਂ ਵੀ ਨਹੀਂ ਦਿਖਦਾ। ਜਿੰਨਾ ਚਿਰ ਆਪਾਂ ਲਾਈਟ ਨਹੀਂ ਜਗਾਉਂਦੇ ਜਾਂ ਪੁਰਾਣੇ ਟਾਈਮਾਂ 'ਚ ਦੀਵੇ ਮੋਮਬੱਤੀਆਂ ਸਨ, ਉਹਨਾਂ ਚਿਰ ਹਨੇਰਾ ਜਿਹੜਾ ਹੈ ਉਹਦੇ ਵਿੱਚ ਬੜਾ ਦੁੱਖ ਹੁੰਦਾ ਹੈ, ਡਰ ਲੱਗਦਾ ਹੈ, ਪਤਾ ਨਹੀਂ ਕੋਈ ਸੱਪ ਹੀ ਨਾ ਆ ਜਾਏ, ਕੋਈ ਠੂੰਆਂ ਨਾ ਆ ਜਾਏ। ਬਰਸਾਤ ਦਾ ਮੌਸਮ ਹੈ, ਜਦ ਚਾਨਣ ਹੋ ਜਾਂਦਾ ਇਨਸਾਨ ਦਾ ਡਰ ਖਤਮ ਹੋ ਜਾਂਦਾ ਹੈ। ਚਾਨਣ ਸੋ ਸੁੱਖ ਦਾ ਪ੍ਰਤੀਕ ਮੰਨਿਆ ਹੈ। ਜਿਸ ਵਕਤ ਰਾਏ ਬੁਲਾਰ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰਾ ਅਗਿਆਨ ਮੇਟੋ, ਉਹਨੇ ਆਖਿਆ ਸੀ, ਮਹਾਰਾਜ ਆਮ ਲੋਕ ਅਗਿਆਨ ਨੂੰ ਹਨੇਰੇ ਨਾਲ ਤੁਲਨਾ ਦਿੰਦੇ ਨੇ ਕਿ ਅਗਿਆਨ ਹਨੇਰੇ ਵਰਗਾ ਹੈ, ਪਰ ਮੈਂ ਤਾਂ ਸਮਝਦਾ ਕਿ ਹਨੇਰੇ ਨਾਲੋਂ ਵੀ ਬੜਾ ਭੈੜਾ ਹੈ, ਬੜਾ ਖਤਰਨਾਕ ਹੈ। ਕਿਉਂਕਿ ਹਨੇਰੇ 'ਚ ਇਨਸਾਨ ਨੂੰ ਕਮ ਸੇ ਕਮ ਆਪਣੇ ਆਪ ਦੀ ਤਾਂ ਸੋਝੀ ਹੁੰਦੀ ਹੈ ਕਿ ਮੈਂ ਕੌਣ ਹਾਂ ਅਤੇ ਕਿੱਥੇ ਖੜ੍ਹਾ ਹਾਂ। ਆਹ ਮੇਰੇ ਹੱਥ ਨੇ, ਆਹ ਮੇਰੇ ਪੈਰ ਨੇ। ਪਰ ਅਗਿਆਨ ਇੰਨਾ ਖਤਰਨਾਕ ਹੈ ਕਿ ਇਨਸਾਨ ਨੂੰ ਆਪਣਾ ਵੀ ਭੁਲਾ ਦਿੰਦਾ ਕਿ ਬੰਦਾ ਕਿੱਥੇ ਖੜ੍ਹਾ ਹੈ, ਕੀ ਬੋਲ ਰਿਹਾ, ਕੀ ਸੁਣ ਰਿਹਾ, ਕੀ ਕਰ ਰਿਹਾ ਹੈ, ਕੀ ਕਰਨਾ ਚਾਹੀਦਾ ਹੈ। ਅਗਿਆਨ ਇੰਨਾ ਖਤਰਨਾਕ ਹੈ, ਆਪਣੇ ਆਪ ਦੀ ਸੋਝੀ ਨਹੀਂ ਰਹਿਣ ਦਿੰਦਾ। ਸੋ ਅਗਿਆਨ ਜਿਹੜਾ ਹੈ ਹਨੇਰੇ ਨਾਲੋਂ ਵੀ ਸਮਝ ਲਓ ਕਿ ਬਹੁਤਾ ਖਤਰਨਾਕ ਹੈ, ਜਿਹਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ। ਅਗਿਆਨ ਕਰਕੇ ਹੀ ਇਨਸਾਨ ਪ੍ਰਭੂ ਦਾ ਨਾਮ ਚਿੰਤਨ ਨਹੀਂ ਕਰਦਾ, ਮੌਤ ਨੂੰ ਭੁੱਲਿਆ ਹੋਇਆ ਹੈ। ਪਿਛਲੇ ਕਈ ਜਨਮਾਂ 'ਚ ਭਟਕਦਾ ਆਇਆ, ਜੂਨੀਆਂ ਦੀਆਂ ਸਜ਼ਾਵਾਂ ਭੋਗਦਾ ਆਇਆ, ਪਿੱਛੇ ਵਾਅਦਾ ਕਰਕੇ ਆਇਆ ਕਿ ਮੈਂ ਨਾਮ ਜਪੂੰਗਾ, ਪਰ ਅਗਿਆਨ ਨੇ ਇਹਨੂੰ ਸਮਾਇਆ ਹੋਇਆ ਹੈ, ਜਾਗ ਹੀ ਨਹੀਂ ਆਉਣ ਦਿੰਦਾ ਹੈ, ਇੰਨਾ ਹਨੇਰੇ 'ਚ ਰੱਖਿਆ ਹੈ। ਫਿਰ ਜਿਹੜੀ ਮਾਇਆ ਹੈ, ਮਾਇਆ ਵੀ ਇਹੀ ਰੂਪ ਹੈ ਜੋ ਪ੍ਰਭੂ ਪਰਮਾਤਮਾ ਨੇ ਜੀਵਾਂ ਨੂੰ ਭੁਲਾਉਣ ਲਈ ਇੱਕ ਸ਼ਕਤੀ ਪੈਦਾ ਕੀਤੀ ਹੈ। ਜੰਮਦੋਂ ਮਾਇਆ ਮੋਹਿਆ, ਜਨਮ ਲੈਂਦਿਆਂ ਸਾਰ ਹੀ ਇਨਸਾਨ ਮਾਇਆ ਦਾ ਮੋਹਿਆ ਜਾਂਦਾ। ਜਿਹੜੀ ਮਾਇਆ ਹੈ ਜੰਮਦਿਆਂ ਸਾਰੀ ਬੱਚੇ ਨੂੰ ਚੰਬੜ ਜਾਂਦੀ ਹੈ। ਤੁਸੀਂ ਪੁੱਛੋ ਕਿਵੇਂ? ਮਾਇਆ ਰੁਪਈਏ, ਡਾਲਰ, ਪਾਉਂਡ, ਪੈਸੇ ਹੀ ਨਹੀਂ ਹਨ। ਜੋ ਬੱਚਾ ਦੁੱਧ ਦੀ ਕਾਮਨਾ ਕਰਦਾ ਹੈ, ਅਜੇ ਉਹਨੂੰ ਮਾਂ ਦਾ ਨਹੀਂ ਪਤਾ, ਪਿਓ ਦਾ ਨਹੀਂ ਪਤਾ, ਉਹਦਾ ਮਤਲਬ ਕੇਵਲ ਦੁੱਧ ਦੇ ਨਾਲ ਹੈ, ਉਹਨੂੰ ਦੁੱਧ ਦੇ ਰੂਪ 'ਚ ਚੰਬੜ ਗਈ। ਸੋ ਮਾਝ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਲਿਖਿਆ, ਮਹੱਲਾ ਪਹਿਲਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਈ ਬਾਪ ਕੀ ਸੁਧ, ਤੀਜਾ ਪਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਤੋਲੇ ਉਪੇਸਾ, ਦਸਵੇਂ ਦੱਦਾ ਹੁਆ ਸਵਾਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਈ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਇਹ ਮਾਇਆ ਦੀ ਅਵਸਥਾ ਹੀ ਕਈਆਂ ਨੇ। ਪਹਿਲੀ ਅਵਸਥਾ 'ਚ ਦੁੱਧ ਰੂਪ ਹੋ ਕੇ ਆਈ, ਦੂਜਾ ਮਾਏ ਬਾਪ ਕੀ ਸੋ, ਦੂਜੀ ਅਵਸਥਾ ਮਾਂ, ਆ ਮੇਰੀ ਮਾਂ, ਆ ਮੇਰਾ ਪਿਓ, ਮੋਹ ਦੇ ਰੂਪ ਦੇ ਵਿੱਚ ਆਈ।
फिर तीजी अवस्था मेरा भरा है, मेरी भाभी है, आ बेबे है। तो चौथा प्यार उपन्नी खेड। चौथी अवस्था प्यार सारिਆਂ को लेंदा है। पंजवें खाण पीण की दास वे खाण पीण दे विच दौड़दा है। ये सब माया के स्वरूप हैं। यह माया, माया की डेफिनेशन की है? जित हर विसर, जिहदे विच लग के बंदा भुल जाए, भावें कोई साडा अपना ही शरीर है, इनू नवाउण धवाउण खाण पीण सलाउण दे विच ही आपां मस्त रहिंदे आ। नितनेम का टाइम ही नहीं लगता। तो कदी इहदा शौक मेला पूरा कर लिया, कदी इहनूं पार्क च घुमा लिया, कदी दोस्तां मित्रां नाल गल्लां कर लईआं, कदी निंदिया चुगली। सो शरीर की सेवा च ही आपां रुझे रहिंदे आ। ये शरीर भी तो माया ही है। कहो कबीर जे सुधर ते इस माया जिन्हों रब ने ढिड लाता उन्होंने माया ही चंबेड़ देती। बंदा भज के नहीं छुट सकता। ये माया है। फिर अविद्या। अविद्या समझ लो भी माया की छोटी भैन है। एक वड्डी भैन होंदी, एक छोटी भैन होंदी, दोवें इक्को जिहियां ही ने। जिवें वड्डे नूं आपां बदल कहिंदे आ, छोटी जी बदली हो जाती है। एक पानी का समुंदर है, छोटी जी गिलासी विचों भर लो, तो इउं छोटी उन्होंने अविद्या कहिंदे ने, जिहड़ी वड्डी उन्होंने माया। जिहड़े देवी देवते ने वो माया ने फड़ फड़ कन्नों पूछां तो फड़ फड़ घुमाए पे ने, कन्नां तो फड़ फड़ के काबू किए ने, आप दे पंजरे च पाए ने। वड्डे वड्डे दैंत की वेखो, वो जब 14 रत्नां की वंड की सी, वो दैंत अमृत छकन नूं भजदे सीगे, ते माया ने आप दे मगर ला लिया। विष्णु ने इहो जिहा रूप मोहनी अवतार धारिया भी दैंत दे मगर मगर। फिर उन्हें भुलेखे नाल दैंतां नूं शराब पिलाई, देवतियां नूं अमृत पिलाया। तो इस वास्ते वड्डे वड्डे दैंत भी भुलेखे विच पै जांदे। जिहड़ी अविद्या है ये मेरे वर्गे माड़े मोटियां लई अविद्या ही बहुत है। माया वड्डा स्वरूप है, अविद्या उहदा छोटा स्वरूप है। सो अविद्या की नींद दे विच बंदा सुता पिया है, तो माया जिहड़ी जागदियां भी बंदे नूं नींदर नहीं, अपना जाग नहीं आउण दिंदी, जागदियां भी नींद विच सुता पिया। बंधन जिहड़े ने वो मोह माया दे हन। आ मेरा है, आ तेरा है। तो इस तरीके दे नाल जिहड़ी अपनत फुरदी है, अहं भाव फुरदा है। साध संगत जीओ, ये मोह ते माया दे बंधन इन्हां दे नाल जीव जकड़िया पिया है। तो मोख, मोख नाम है मुक्ति का छुट्टण का। अभ्यास करीदा तो वाहिगुरु गुर मंत्र है, जप हौमै कोई, ये तो मुक्ति हुंदी है। मोह माया के बंधन का छुट्टी का है। फिर जागृत सुपन ते सुखोपत, इन्हां बारे प्यारे दया सिंह साहब ने दसिया। जागृत जिस तरह हुण आपां जाग रहे हैं, 14 इंद्रियां ते 14 उन्हां दे गां भाव हन, विषय ने, गां 14 उन्हां दे देवते ने। तो इस तरह 14 ते 14 28 तो फिर अगे 14 42, जिथे 42 भाव फुरन उन्होंने जागृत अवस्था कहिंदे ने। आपां बोलदे हाँ, देखते हाँ, मिलते जुलते हाँ, ये जागृत अवस्था है। फिर रोटी पानी खांदियां सारी अखां बंद हो जांदियां। कई बार टैमों बेटैब सौ जाते हैं। फिर बहुते सुपने आउंदे ने। अमृत वेले 4 बजे तो लैके दोपहर के 12 बजे तक जिहड़ी नींदर लैनी है, ये सुपनियां भरी नींद हुंदी है। सौण का भी कोई टाइम हुंदा है। जदों तत्त खत्म हो जाण आराम दे, जागृत के तत्त शुरू हो जाण, उदों जिहड़ा नींदर लैनी है उहदे नाल थकावट दूर नहीं हुंदी। सो रात के 11-12 बजे तो लैके 3-4 बजे तक सौण के तत्त हैं। उस तो बाद मुड़ के सुपने शुरू हो जाते हैं। या समझ लो कई रात को ड्यूटी करते हैं। जदों बंदा बहुता थकिया होवे, नींदर तो उदों आउंदी आ, भावें सारी रात काम करता रहा
ਤੇ ਜਦੋਂ ਦੀ ਛੁੱਟੀ ਹੋਈ ਭਾਵੇਂ ਦਿਨੇ ਸੌਂ ਗਿਆ ਪਰ ਉਹ ਥੱਕ ਕੇ ਸੁੱਤਾ ਹੈ। ਉਹ ਜਿਹੜੀ ਥਕਾਵਟ ਵਾਲੀ ਨੀਂਦ ਹੈ ਉਹਦੇ 'ਚ ਆਰਾਮ ਹੁੰਦਾ। ਤੇ ਜਦੋਂ ਥਕਾਵਟ ਖਤਮ ਹੋ ਜਾਏ 4-5 ਘੰਟਿਆਂ ਬਾਅਦ ਫਿਰ ਸੁਪਨੇ ਸ਼ੁਰੂ ਹੋ ਜਾਂਦੇ ਨੇ। ਉਹ ਤਾਂ ਸੁਸਤੀ ਦਾ ਕਾਰਨ ਹੈ। ਇਸ ਲਈ 4 ਨਹੀਂ ਤਾਂ 5 ਘੰਟਿਆਂ ਬਾਅਦ ਉੱਠਣਾ ਮੁਨਾਸਬ ਹੈ। ਇੱਕ ਜਾਗਰਤ ਅਵਸਥਾ ਹੈ, ਇੱਕ ਸੁਪਨ ਅਵਸਥਾ ਹੈ ਜਿਹਦੇ 'ਚ ਬੰਦਾ ਦੌੜ ਭੱਜ ਦੇ ਵਿੱਚ ਪਿਆ ਰਹਿੰਦਾ। ਸਾਡੀ ਜਾਗਰਤ ਅਵਸਥਾ ਹੈ ਪਸ਼ੂ ਪੰਛੀਆਂ ਦੀ ਸੁਪਨ ਅਵਸਥਾ। ਸੁਪਨੇ ਦੇ ਵਿੱਚ ਆਪਾਂ ਸੋਚਦੇ ਸਾਰਾ ਕੁਛ ਆ, ਪਤਾ ਸਭ ਕੁਝ ਹੁੰਦਾ, ਪਰ ਬੰਦਾ ਭੱਜੀ ਜਾਂਦਾ, ਰਸਤਾ ਤੈਅ ਨਹੀਂ ਹੁੰਦਾ। ਕੰਮ ਕਰਨਾ ਚਾਹੁੰਦਾ ਪਰ ਕੰਮ ਸਫਲ ਨਹੀਂ ਹੁੰਦਾ। ਇਉਂ ਸੁਪਨੇ ਦੇ ਵਿੱਚ ਜੀਅ ਭਟਕਦਾ ਹੈ, ਦੁਖੀ ਹੁੰਦਾ ਹੈ। ਇਹ ਦੂਜੀ ਸੁਪਨ ਅਵਸਥਾ ਹੈ। ਤੀਜੀ ਹੈ ਸੁਖੋਪਤ ਅਵਸਥਾ। ਬਹੁਤ ਜ਼ਿਆਦਾ ਥੱਕ ਕੇ ਹਾਰ ਹੰਬ ਕੇ ਤੇ ਜਦ ਗਾੜੀ ਨੀਂਦ ਸੌਂਦਾ ਹੈ, ਜਿਹਦੇ ਵਿੱਚ ਸੁਪਨਾ ਵੀ ਨਹੀਂ ਆਉਂਦਾ, ਉੱਠ ਕੇ ਕਹਿੰਦਾ ਹੈ ਕਿ ਮੈਂ ਇੰਨਾ ਸੁੱਤਾ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ। ਦੱਸੋ ਕਿੰਨੀ ਹਾਸੋਹੀਣੀ ਬਾਤ ਹੈ। ਨਾਲੇ ਤੂੰ ਕਹਿਣਾ ਹੈ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਕਿੱਥੇ ਸੁੱਤਾ ਸੀਗਾ, ਮੈਨੂੰ ਸੁਪਨਾ ਤੱਕ ਨਹੀਂ ਆਇਆ, ਮੈਂ ਬੜੀ ਗਾੜੀ ਨੀਂਦ ਸੁੱਤਾ ਸੀ। ਤੈਨੂੰ ਇਹ ਦੱਸਿਆ ਕਿਹਨੇ? ਉਹ ਜਿਹੜੀ ਗਾੜੀ ਨੀਂਦ ਸੁਪਨ ਅਵਸਥਾ ਤੋਂ ਬਗੈਰ ਹੈ ਉਹਨੂੰ ਸੁਖੋਪਤ ਕਹਿੰਦੇ ਨੇ। ਜਿਹੜਾ ਦੱਸਣ ਵਾਲਾ ਹੈ ਉਹ ਚੇਤਨ ਹੈ, ਪਰਮਾਤਮਾ ਦੀ ਜੋਤ। ਉਹ ਸੁਖੋਪਤ ਦੇ ਵਿੱਚ ਵੀ ਕੰਮ ਕਰ ਰਹੀ ਹੈ, ਜਿਹੜੀ ਜੋਤ ਹੈ ਮਹਾਰਾਜ ਦੀ। ਸੋ ਇਉਂ ਜਾਗਰਤ, ਸੁਪਨ ਅਤੇ ਸੁਖੋਪਤ 3 ਅਵਸਥਾ ਹਨ। ਫਿਰ ਅੱਗੇ ਮੂਰਛਾ ਅਤੇ ਸਮਾਧੀ ਬਾਰੇ ਕਹਿਣਗੇ। ਮੂਰਛਾ ਦਾ ਮਤਲਬ ਤਾਂ ਇਹ ਹੈ ਵੀ ਸੱਟ ਲੱਗੀ ਤੋਂ ਬੰਦਾ ਮੂਧੜੇ ਮੂੰਹ ਡਿੱਗ ਪੈਂਦਾ, ਜਿਹਨੂੰ ਕਹਿੰਦੇ ਨੇ ਕੌਮਾ 'ਚ ਚਲਾ ਗਿਆ। ਉਹਨੂੰ ਨਹੀਂ ਕੋਈ ਪਤਾ ਰਹਿੰਦਾ। ਡਾਕਟਰ ਟੀਕਾ ਲਾ ਕੇ ਮਾਸ ਸਵਾਨ ਦਿੰਦੇ ਨੇ, ਮੁੜ ਕੇ ਜੋ ਮਰਜ਼ੀ ਕਰੀ ਜਾਣ। ਪਤਾ ਲੱਗਦਾ ਹੈ ਵੀ ਸਰਿੰਜ ਮਾਰੀ ਹੈ ਅਤੇ ਨੱਕ ਦੀ ਹੱਡੀ ਪਾੜੀ ਹੈ, ਅਤੇ ਵਿੱਚ ਪੈਪ ਪਾ ਕੇ ਅਤੇ ਪਾਣੀ ਪਾ ਕੇ ਧੋ ਰਹੇ ਨੇ, ਅਤੇ ਪਰ ਦਰਦ ਨਹੀਂ ਹੁੰਦੀ। ਅਤੇ ਇਉਂ ਮਾਸ ਨੂੰ ਸਵਾ ਦਿੰਦੇ ਨੇ, ਮੂਰਛਿਤ ਕਰ ਦਿੰਦੇ ਨੇ। ਕਈ ਵਾਰ ਸਾਰੀ ਬਾਡੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆ ਕੇ ਜਦੋਂ ਆਪਰੇਸ਼ਨ ਕਰਨਾ ਹੋਵੇ, ਉਹ ਹੁੰਦੀ ਮੂਰਛਤਾ, ਬੇਹੋਸ਼ੀ। ਜਿਹੜਾ ਸੰਤ ਹੈ, ਬ੍ਰਹਮ ਗਿਆਨੀ ਹੈ, ਉਹ ਕਦੀ ਵੀ ਮੂਰਛਿਤ ਨਹੀਂ ਹੁੰਦਾ, ਕਦੀ ਬੇਹੋਸ਼ ਨਹੀਂ ਹੁੰਦਾ। ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀਆਂ ਐਕਸੀਡੈਂਟ ਦੇ ਕਾਰਨ ਖੱਬੇ ਪਾਸੇ ਦੀਆਂ 7 ਪਸਲੀਆਂ ਟੁੱਟ ਗਈਆਂ। ਅਮਰੀਕਾ ਦਾ ਡਾਕਟਰ ਵੇਖ ਕੇ ਹੈਰਾਨ ਰਹਿ ਗਿਆ। ਆਪਰੇਸ਼ਨ ਕਰਨ ਲਈ ਇਜਾਜ਼ਤ ਮੰਗੀ ਵੀ ਛਾਤੀ ਦੇ ਵਾਲ ਕੱਟਣੇ ਪੈਣਗੇ। ਸੰਤ ਜੀ ਨੇ ਇਸ਼ਾਰਾ ਕੀਤਾ ਵੀ ਨਹੀਂ, ਸਿਰ ਫੇਰਤਾ ਵੀ ਮਰਨਾ ਤਾਂ ਇੱਕੋ ਦੇਣੀ ਹੈ। ਜੇ ਮਹਾਰਾਜ ਨੇ ਮਰਨ ਦਾ ਦਿਨ ਲਿਖ ਹੀ ਦਿੱਤਾ ਹੈ ਅਤੇ ਉਹ ਪਹੁੰਚ ਗਿਆ ਹੈ, ਫਿਰ ਕੇਸ ਘਟਾ ਕੇ ਬੇਮੁਖ ਹੋ ਕੇ ਕਿਉਂ ਮਰਨਾ ਹੈ? ਸਾਰੀ ਉਮਰ ਤਾਂ ਹੋਕਾ ਲਾਉਂਦੇ ਰਹੇ ਹਾਂ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। 13 ਦਿਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਰਹੇ, ਅਤੇ ਪਰ ਉਹਨਾਂ ਨੂੰ ਸੋਝੀ ਰਹੀ। ਉਹਨਾਂ ਕੇਸ ਨਹੀਂ ਕੱਟਣ ਦੀ ਇਜਾਜ਼ਤ ਦਿੱਤੀ, ਆਪਰੇਸ਼ਨ ਨਹੀਂ ਹੋਇਆ। ਆਪਰੇਸ਼ਨ ਤੋਂ ਬਗੈਰ ਬਿਨਾਂ ਕਿਸੇ ਟੀਕੇ ਦਵਾਈ ਤੋਂ, ਅਤੇ ਡਾਕਟਰ ਹੈਰਾਨ ਰਹਿ ਗਿਆ ਵੀ ਜੇ ਆਮ ਬੰਦਾ ਇਸ ਤਰ੍ਹਾਂ ਦੀ ਹਾਲਤ ਵਿੱਚ ਹੋਵੇ, CMC ਹੌਸਪੀਟਲ ਲੁਧਿਆਣੇ ਦੀ ਗੱਲ ਹੈ, ਅਤੇ ਉਹ ਸਾਰਾ ਹਸਪਤਾਲ ਚੁੱਕਣਾ ਲੈ ਲਵੇ, ਪਰ ਇਹਨਾਂ ਨੂੰ ਦਰਦ ਨਹੀਂ ਹੋ ਰਹੀ। ਕੀ ਕਾਰਨ ਹੈ? ਇਹ ਤਾਂ ਅੱਖੋਂ ਪਰੋਖਿਆਂ ਦੀ ਗੱਲ ਹੈ। ਤੋ ਸਾਡੇ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਸਾਨੂੰ ਸਮਝ ਨਹੀਂ ਸੀ। ਮੈਂ ਆਪਦੀ ਸਮਝ ਦੇ ਵਿੱਚ ਜਿਨ੍ਹਾਂ ਰਾਗੀਆਂ ਕੋਲ ਕੀਰਤਨ ਸਿੱਖਿਆ, ਮਹਿਤਾ ਸਾਹਿਬ ਰਾਗੀ ਭਾਈ ਪੂਰਨ ਸਿੰਘ ਜੀ, ਕੁਹਾੜਕਾ ਪਿੰਡ ਤਰਨਤਾਰਨ ਦੇ ਕੋਲ, ਅੱਖਾਂ ਤੋਂ ਮੁਨਾਖੇ ਸੀਗੇ। ਕਹਿੰਦੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਮੇਰੀ ਸੇਵਾ ਲਾਈ ਹੈ, ਅਤੇ ਉਹ ਜਦ ਗੁਰੂ ਘਰ ਆਏ, ਕੋਈ ਵੀ ਸਿੱਖਣ ਆਉਂਦਾ ਹੈ, ਇੱਕ ਵਾਰ ਬੈਠ ਕੇ ਰੋ ਰਹੇ ਸੀਗੇ। ਗੁਰਦੁਆਰੇ ਦੇ ਬਾਹਰਲੇ ਪਾਸੇ ਬੈਠ ਕੇ ਰੋ ਰਹੇ। ਸੰਤ ਜੀ ਮਹਾਰਾਜ ਆਏ, ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਕਹਿੰਦੇ ਪ੍ਰੇਮੀਆਂ, ਹੇ ਭਜੰਗੀਆ ਤੂੰ ਰੋ ਕਿਉਂ ਰਿਹਾ? ਕਹਿੰਦੇ ਬਾਬਾ ਜੀ ਨਾ ਤਾਂ ਮੈਨੂੰ ਤਬਲਾ ਆਉਂਦਾ,
ਤੇ ਨਾ ਹੀ ਵਾਜਾ ਆਉਂਦਾ ਹੈ, ਤੇ ਤਾਂ ਮੈਂ ਰੋ ਰਿਹਾ ਹਾਂ। ਕਹਿੰਦੇ ਜੇ ਤੈਨੂੰ ਸਿਖਾ ਦਈਏ ਫਿਰ ਤੂੰ ਦੱਸ ਸਾਡਾ ਵਚਨ ਮੰਨੇਗਾ? ਕਹਿੰਦੇ ਜੀ ਹਾਂ, ਜੋ ਕਹੋ ਮੰਨਾਂਗਾ। ਕਹਿੰਦੇ ਤੈਨੂੰ ਤਬਲਾ ਵੀ ਸਿਖਾਉਂਦੇ ਆ, ਵਾਜਾ ਵੀ ਸਿਖਾਉਂਦੇ ਆ। ਮਹਾਂਪੁਰਖਾਂ ਵਿਦਿਆਲਾ ਬਣਾਇਆ। ਸਿੱਖਣ ਸੌਣ ਦੀਆਂ ਗੱਲਾਂ ਤਾਂ ਨਹੀਂ, ਤਾਂ ਬਖਸ਼ਿਸ਼ ਹੈ। ਉਹਨਾਂ ਬਖਸ਼ਿਸ਼ ਕੀਤੀ। ਕਹਿੰਦੇ ਜਾ ਤੂੰ ਉਸਤਾਦ ਬਣੇਗਾ, ਤੇ ਪਰ ਇਹ ਨਹੀਂ ਵੀ ਸਿੱਖ ਕੇ ਘਰ ਨੂੰ ਦੌੜ ਜਾਣਾ, ਰਹਿਣਾ ਗੁਰਦੁਆਰੇ ਪਊਗਾ। ਕਹਿੰਦੇ ਜੀ 7 ਵਚਨ, ਕਿਉਂਕਿ ਜਿਹੜਾ ਸਾਡਾ ਕੰਮ ਹੈ ਇਹ ਘਰ ਦਾ ਕੰਮ ਨਹੀਂ ਹੈ। ਕਥਾ ਕੀਰਤਨ ਦਾ ਕੰਮ ਇਹ ਗੁਰੂ ਘਰ ਦਾ ਹੈ, ਜਿੱਥੇ ਸੰਗਤਾਂ ਆ ਕੇ ਦਰਸ਼ਨ ਦਿੰਦੀਆਂ ਨੇ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਕੀਰਤਨ ਹੋ ਸਕਦਾ, ਕਥਾ ਹੋ ਸਕਦੀ ਹੈ। ਕਿਤੇ ਹੋਰ ਬੋਰਡ ਥੱਲੇ ਬਹਿ ਕੇ ਕਰਾਂਗੇ ਵੀ ਤੇ ਵੇਖਣ ਵਾਲੇ ਨੂੰ ਮੂਰਖ ਜਾਪਾਂਗੇ ਵੀ ਇਹ ਕੀ ਕਰ ਰਿਹਾ, ਕੀ ਬੋਲ ਰਿਹਾ। ਛੱਪੜ ਕੰਡੇ ਥੋੜ੍ਹਾ ਇਹੋ ਜਿਹਾ ਕੰਮ ਚੰਗਾ ਲੱਗਦਾ। ਇਹ ਤਾਂ ਗੁਰਦੁਆਰੇ ਹੀ ਹੈ, ਪੂਰਨ ਮਰਜ਼ਾਦਾ ਨਾਲ। ਉਹਦਾ ਰਸ ਨਹੀਂ ਵੱਜੇਗਾ। ਤੇ 40 ਸਾਲ ਦੀ ਉਮਰ ਤੱਕ ਤੂੰ ਭੁਜੰਗੀਆਂ ਨੂੰ, ਇੱਥੋਂ ਦੇ ਬੱਚਿਆਂ ਨੂੰ ਕੀਰਤਨ ਸਿਖਾਉਣਾ, ਤੇ ਵਿਆਹ ਨਹੀਂ ਕਰਾਉਣਾ 40 ਸਾਲ ਤੱਕ। ਤੇ ਕਈ ਵਾਰ ਮੈਨੂੰ ਕਹਿੰਦੇ ਹੁੰਦੇ, ਕਹਿੰਦੇ ਹੁਣ ਮੈਂ 40 ਸਾਲਾਂ ਦਾ ਹੋ ਗਿਆ ਤੇ ਸੰਤਾਂ ਦਾ ਵਚਨ ਪੂਰਾ ਹੋ ਗਿਆ। ਅੱਖਾਂ ਤੋਂ ਮਨਾਖੇ ਸੀਗੇ, ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ, ਉਹਨਾਂ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕੀਤਾ। 2 ਬੱਚੇ ਚੜ੍ਹਦੀ ਕਲਾ ਦੇ ਵਿੱਚ ਹਨ। ਸੋ ਇਉਂ ਇਹ ਜਿਹੜੀ ਸੰਗਤ ਦੀ ਬਖਸ਼ਿਸ਼ ਹੈ ਇਹ ਬਹੁਤ ਮਹਾਨ ਹੈ। ਮੈਂ ਰਾਗੀਆਂ ਬਾਰੇ ਤੁਹਾਨੂੰ ਦੱਸਣ ਲੱਗਾ। 6 ਵਜੇ ਮੇਰਾ ਟਾਈਮ ਹੁੰਦਾ ਸੀ, ਜਦ ਮੈਂ ਜਾਣਾ ਉਹਨਾਂ ਵਾਜਾ ਰੱਖ ਕੇ 4 ਵਜੇ ਬੈਠੇ ਹੋਣਾ, ਤੇ ਉਂਗਲਾਂ 'ਤੇ ਪੋਟਿਆਂ ਦੇ ਅੰਗੂਠਾ ਘੁਮਾਉਂਦੇ ਹੋਣਾ। ਮੈਂ ਪੁੱਛਣਾ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਅੰਮ੍ਰਿਤ ਵੇਲੇ 3 ਵਜੇ ਉੱਠਣਾ, ਤੇ 6 ਵਜੇ ਤੱਕ ਕਹਿੰਦੇ 1.25 ਲੱਖ ਮਹਾਰਾਜ ਨੇ ਵਾਹਿਗੁਰੂ ਦਾ ਜਾਪ ਕਰਾ ਲਿਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਗੁਰੂ ਸਾਹਿਬ ਦਾ ਹੁਕਮ ਹੈ ਉਚਰੋ ਰਾਮ ਨਾਮ ਲੱਖ ਵਾਰੀ, 1 ਲੱਖ ਵਾਰ ਕਹਿੰਦੇ ਵਾਹਿਗੁਰੂ ਕਹੋ। ਤੇ ਉਹ ਮੈਂ ਮਹਾਂਪੁਰਖਾਂ ਦੀ ਕਥਾ ਨੂੰ ਕਮਾ ਰਿਹਾ, ਮੈਂ ਡੇਲੀ 1 ਲੱਖ ਵਾਰ ਵਾਹਿਗੁਰੂ ਕਹਿੰਦਾ ਹਾਂ। ਸੋ ਇੰਨੀ ਉਹਨਾਂ ਦੀ ਕਿਰਪਾ ਸੀ। ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ, ਤੇ ਅਸੀਂ ਖੇਮਕਰਨ ਤੋਂ ਪ੍ਰੋਗਰਾਮ ਕਰਕੇ ਆਏ। ਕੱਕੜ ਹੌਸਪੀਟਲ ਮੈਂ ਪਤਾ ਲੈਣ ਗਿਆ, ਬਿਲਕੁਲ ਨਟਾਲ, ਅੱਖਾਂ ਤੋਂ ਦਿਖਦਾ ਨਹੀਂ, ਜਿਸ ਤਰ੍ਹਾਂ ਬੰਦਾ ਕੌਮਾਂ 'ਚ ਮੁਰਸ਼ਦ ਹੁੰਦਾ। ਮੈਂ ਗੱਲ ਕਰ ਰਿਹਾ ਸਮਾਧੀ ਦੀ ਅਤੇ ਬੇਹੋਸ਼ੀ ਦੀ। ਮੁਰਸ਼ਾ ਕਿਹਨੂੰ ਕਹਿੰਦੇ ਨੇ, ਸਮਾਧੀ ਕਿਹਨੂੰ ਕਹਿੰਦੇ ਨੇ, ਗੱਲ ਇੱਕੋ ਹੀ ਹੈ। ਦੋਨਾਂ ਦੇ ਵਿੱਚ ਬੰਦੇ ਨੂੰ ਸਮਝ ਨਹੀਂ ਹੁੰਦੀ। ਨਾ ਤਾਂ ਸਮਾਧੀ ਸਥਿਤ ਬੰਦਾ, ਉਹਨੂੰ ਜੋ ਮਰਜ਼ੀ ਕਰੀ ਜਾਓ, ਮਾਰੀ ਜਾਓ, ਕੁੱਟੀ ਜਾਓ, ਉਹਦਾ ਬੰਦ ਕੱਟ ਦਿਓ, ਉਹਦੇ ਸਿਰ 'ਤੇ ਆਰਾ ਰੱਖ ਦਿਓ, ਉਹਨੂੰ ਨਹੀਂ ਕੁਛ ਵੀ ਹੁੰਦਾ। ਹੁਣ ਜਾਗਦੇ ਬੰਦੇ, ਮੇਰੇ ਵਰਗੇ ਦੇ ਪੈਰ 'ਚ ਕੰਡਾ ਵੱਜੇ, ਆਪਾਂ ਤਾਂ ਸੀ ਕਰਦੇ ਪਾਸੇ ਹੋ ਜਾਵਾਂਗੇ। ਮਾੜੀ ਮੋਟੀ ਕੋਈ ਸੱਟ ਪੇਟ, ਰੋੜਾ ਹੀ ਖੁੱਭ ਗਿਆ, ਤੇ ਜਿੰਨਾ ਚਿਰ ਡਾਕਟਰ ਦੁਕਾਨ 'ਚ ਬਿਠਾ ਕੇ ਗਲੂਕੋਨ ਡੀ ਘੋਲ ਕੇ ਨਾ ਪਿਆਏ, ਉਹਨਾਂ ਚਿਰ ਸਾਹ ਨਹੀਂ ਆਉਂਦਾ, ਘਬਰਾਹਟ ਹੋਣ ਲੱਗ ਪੈਂਦੀ। ਜ਼ਿਆਦੀ ਸਰਦੀ ਪੋਹ ਮਾਘ 'ਚ ਸੱਟ ਲੱਗਣੀ, ਅਤੇ ਗਰਮੀ ਦੇ ਵਿੱਚ ਸੱਟ ਲੱਗਣੀ, ਇਹ ਬੇਹੋਸ਼ੀ ਦਾ ਕਾਰਨ ਬਣ ਜਾਂਦਾ। ਦਿਲ 'ਚ ਘਬਰਾਹਟ ਹੁੰਦੀ ਹੈ। ਸਮਾਧੀ ਉਸ ਦਾ ਨਾਮ ਹੈ। ਅੱਤ ਦਾ ਦੁੱਖ ਹੋਵੇ ਤੇ ਫਿਰ ਵੀ ਇਨਸਾਨ ਸ਼ਾਂਤਮਈ ਅਵਸਥਾ ਦੇ ਵਿੱਚ ਹੋਏ। ਜਿਹੜੀ ਮੂਰਛਤ ਹੁੰਦੀ ਹੈ ਉਹਦੇ 'ਚ ਬਿਲਕੁਲ ਹੀ ਬੇਹੋਸ਼ ਹੋ ਜਾਂਦਾ। ਜਦ ਆਪਾਂ ਪਤਾ ਲੈਣ ਗਏ ਤੇ ਫਤਿਹ ਬੁਲਾਈ ਰਾਗੀ ਜੀ ਦਾ ਨਾਮ ਲੈ ਕੇ, ਦਿਖਦਾ ਤਾਂ ਹੈ ਹੀ ਨਹੀਂ ਸੀਗਾ, ਤੇ ਬੋਲ ਬਾਣੀ ਵੀ ਬੰਦ ਹੋ ਗਈ, ਜ਼ਬਾਨ 'ਚ ਵਲ ਪੈ ਗਿਆ। ਤੇ ਆਪਾਂ ਪਿਆਰ ਦੇ ਨਾਲ ਬਚਨ ਕਰਦੇ ਰਹੇ। ਜੋੜੀ ਵਾਲੇ ਨੂੰ ਆਖਿਆ ਵੀ ਜੋੜੀ ਕੱਢ, ਉਹਨਾਂ ਦਾ ਸੁਭਾਅ ਸੀਗਾ। ਜਦ ਬੋਲੀ ਦਾ ਸੀ ਤਾਲ ਦੇ ਵਿੱਚ ਕੀਰਤਨ ਦੀ ਪੰਗਤੀ, ਤਾਂ ਜੋੜੀ ਬੜੀ ਕਮਾਲ ਦੀ ਵਜਾਉਂਦੇ। ਪੁੜਾ ਦਿੱਤਾ ਤੇ ਸੱਜੇ ਹੱਥ ਵਾਲੇ ਪਾਸੇ ਪੁੜਾ ਰੱਖ ਦਿੱਤਾ, ਤੇ ਰਾਗੀਆਂ ਨੂੰ ਆਖਿਆ ਵੀ ਕੀਰਤਨ ਕਰੋ। ਜਦੋਂ ਨਾ ਸ਼ਬਦ ਪੜ੍ਹਿਆ, ਉਹ ਕੋਈ ਸੋਝੀ ਨਹੀਂ ਹੈ, ਬੋਲ ਬਾਣੀ ਬੰਦ ਹੈ, ਨਾ ਹਿੱਲਿਆ ਜਾਂਦਾ ਤੇ ਨਾ ਆਸਾ ਪਾਸਾ, ਨਾ ਦੇਖਿਆ ਜਾ ਰਿਹਾ।
ਪਰ ਜਿਸ ਵਕਤ ਉਹ ਸਿੰਘ ਨੇ ਸ਼ਬਦ ਪੜ੍ਹਿਆ ਮੈਂ ਵੇਖ ਕੇ ਹੈਰਾਨ ਰਹਿ ਗਿਆ ਵੀ ਸੱਚਮੁੱਚ ਹੀ ਇਸੇ ਲਈ ਬਾਣੀ ਪੜ੍ਹੀ ਦੀ ਆ, ਨਾਮ ਜਪੀਦਾ ਵੀ ਇਸ ਅਵਸਥਾ ਦੇ ਵਿੱਚ ਵੀ ਮਹਾਰਾਜ ਕਿਰਪਾ ਰੱਖਣ। ਉਹ ਜਿਸ ਤਰ੍ਹਾਂ ਤਾਲ ਦੇ ਵਿੱਚ ਜੇ ਕਹਿਰਵੇ 'ਚ ਉਹਨੇ ਪੜ੍ਹਿਆ ਅਤੇ ਕਹਿਰਵੇ ਦੇ ਨਾਲ ਉਹਨਾਂ ਪੁੜਾ ਇਕੱਲਾ ਹੀ ਪੁੜਾ ਵਜਾਇਆ ਇੱਕੋ ਹੱਥ ਦੇ ਨਾਲ। ਜੇ ਦਾਦਰਾ ਬਦਲਿਆ ਅਤੇ ਉਹਨਾਂ ਨੇ ਉਸੇ ਤਰ੍ਹਾਂ ਹੀ ਉਂਗਲ ਦਾਦਰੇ 'ਚ ਵਜਾਉਣੀ ਸ਼ੁਰੂ ਕਰ ਦਿੱਤੀ। ਮਤਲਬ ਬਿਮਾਰੀ ਬੇਹੋਸ਼ੀ ਦੀ ਹਾਲਤ ਵਿੱਚ ਵੀ ਜੋੜੀ ਉਸੇ ਤਰ੍ਹਾਂ ਤਾਲ 'ਚ ਵੱਜ ਰਹੀ ਹੈ ਅਤੇ ਨਾਲ ਬੁੱਲ ਫਰਕ ਦੇ ਸਰਾਣੇ ਕੀਰਤਨ ਦੀ ਕੈਸਟ ਲੱਗੀ ਹੋਈ ਅਤੇ ਸ਼ਾਂਤਮਈ ਅਵਸਥਾ। ਇਹ ਹੈ ਗੁਰਬਾਣੀ ਦਾ ਫਲ ਤੋ ਸੰਗਤ ਦੀ ਕਿਰਪਾ। ਇਹ ਸਾਰੇ ਜਿਹੜੇ ਸਵਾਲ ਜਵਾਬ ਨੇ ਪਿਆਰੇ ਦਿਆਲ ਸਿੰਘ ਸਾਹਿਬ ਜੀ ਦੇ ਰਹੇ ਹਨ। ਇਹਨਾਂ ਦੇ ਉੱਤਰ ਕਵੀ ਸੰਤੋਖ ਸਿੰਘ ਜੀ ਇਹਨਾਂ ਸਵਾਲਾਂ ਜਵਾਬਾਂ ਨੂੰ ਵਿਧਾਨ ਦੇ ਰੂਪ ਦੇ ਵਿੱਚ ਲਿਖ ਰਹੇ ਨੇ। ਜਾਗਰਤ ਮੈਂ ਕਿਸ ਕਾਰਨ ਤੇ। ਸਾਧ ਸੰਗਤ ਜੀਓ ਮੂਰਛਤ ਬਾਰੇ ਦੱਸਦੇ ਨੇ, ਜਾਗਦਿਆਂ ਕਿਸੇ ਕਾਰਨ ਕਿਸੇ ਸਥਾਨ ਦੇ ਤਿਤ ਲੱਗੈ ਝੂਠ ਜੈ ਮਰਮ ਸਥਾਨ। ਕਿਤੇ ਸੱਟ ਪੇਟ ਲੱਗ ਜਾਏ ਜਿਹੜਾ ਗੁਪਤ ਸਥਾਨ ਹੋਵੇ ਜਾਂ ਕੋਈ ਬਿਮਾਰੀ ਹੋਵੇ, ਕਿਦੋਂ ਰੋਗ ਕੈ ਅਪਰਹਿਤ ਹੋਏ। ਜਾਂ ਕੋਈ ਬਹੁਤਾ ਜ਼ਿਆਦਾ ਸੰਗੀਨ ਰੋਗ ਆ ਕੇ ਘੇਰ ਲਵੇ ਜਾਂ ਕੋਈ ਹੋਰ ਕਾਰਨ ਬਣ ਜਾਵੇ। ਜੋ ਲਾਉ ਰਹਿ ਅਚਤੇ ਮਹਾਨ। ਜਦ ਤੱਕ ਬਹੁਤ ਬੇਹੋਸ਼ ਰਹੇ ਤਦ ਤੱਕ ਸਾਧ ਸੰਗਤ ਜੀਓ ਉਹ ਅਚੇਤ ਬਿਨਾਂ ਜਾਣਨ ਤੋਂ ਰਹਿੰਦਾ ਹੈ। ਤੌਲੋ ਸਾਖੀ ਕੇਰੇ ਅਵੰਤਰ। ਤਦ ਤੱਕ ਸਾਖੀ ਦੇ ਵਿੱਚ ਇਹ ਸਫੁਰਨ ਹੋ ਰਹੀ ਹੈ। ਵਿਸ਼ਵ ਬਿਮਾਨੀ ਕੋ ਪਹਿਚਾਨ। ਇਸ ਦਾ ਅਭਿਮਾਨੀ ਵੀ ਵਿਸ਼ਵ ਹੈ। ਕਹੈ ਮੂਰਛਾ ਕੋ ਸਰੂਪ ਇਹ। ਮੂਰਛਾ ਦਾ ਸਵਰੂਪ ਹੈ, ਭਾਵ ਬੇਹੋਸ਼ੀ ਦੀ ਹਾਲਤ ਕਹੀ ਹੈ। ਜਾਵਦ ਨਹੀਂ ਪ੍ਰਾਨ ਕੋ ਹਾਨ। ਜਦੋਂ ਤੱਕ ਕਿ ਜੀਵ ਦੇ ਸਵਾਸ ਤਾਂ ਚੱਲਦੇ ਨੇ, ਪ੍ਰਾਣ ਚੱਲ ਰਹੇ ਨੇ, ਪਰ ਉਹ ਅਜੇ ਤੱਕ ਮਰਿਆ ਨਹੀਂ ਹੈ। ਉਹਨੂੰ ਬੇਹੋਸ਼ੀ ਕਹਿੰਦੇ ਨੇ। ਡਾਕਟਰ ਨੇ ਇਹਦਾ ਨਾਮ ਕੌਮਾ ਰੱਖਿਆ ਹੈ। ਕਈ ਮਹੀਨਾ 2 ਮਹੀਨੇ ਕੌਮਾ 'ਚੋਂ ਆ ਕੇ ਫਿਰ ਜੀਵਤ ਹੋ ਜਾਂਦੇ ਨੇ। ਉਹ ਮੂਰਛਤਾ ਹੈ। ਤ੍ਰਿਪਟੀ ਗਿਆਤਾ ਗਿਆਨ ਗੇ। ਹੁਣ ਸਮਾਧੀ ਬਾਰੇ ਦੱਸਦੇ ਨੇ ਕਿ ਜਿੱਥੇ ਬ੍ਰਹਮ ਭਾਵ ਨੂੰ ਲੈ ਕੇ ਤ੍ਰਿਪੁਟੀ ਅਰਥਾਤ ਗਿਆਤਾ ਗਿਆਨ ਗੇ, ਗਿਆਤਾ ਗਿਆਨ ਗੇ। ਗਿਆਨ ਜਿਵੇਂ ਬ੍ਰਹਮ ਗਿਆਨ ਗੁਰਬਾਣੀ ਹੈ, ਆ ਪੋਥੀ ਇਹਦੇ ਵਿੱਚ ਜੋ ਕੁਛ ਲਿਖਿਆ ਗਿਆਨ ਹੀ ਆ। ਅਤੇ ਗਿਆਤਾ ਸਮਝ ਲਓ ਕਿ ਆਪਾਂ ਪੜ੍ਹਨ ਵਾਲੇ ਜਾਣਨ ਵਾਲੇ, ਅਤੇ ਗੇ ਜਿਹਨੂੰ ਜਾਣ ਰਹੇ ਹਾਂ ਜਿਹਦਾ ਗਿਆਨ ਹੈ। ਭਾਸੈ ਬ੍ਰਹਮ ਭਾਵ ਕੋ ਲੀਨਾ। ਇਹ ਭਾਸ ਰਹੀ ਹੈ ਉਸ ਨੂੰ ਸਾਧ ਸੰਗਤ ਜੀਓ। ਤੇ ਸਮਾਦ ਸਭ ਕਲਪ ਕਹਤੇ ਹੈ। ਸਾ ਵਿਕਲਪ ਸਮਾਧੀ ਕਹਿੰਦੇ ਨੇ। ਮਤਲਬ ਆਪਾਂ ਚੌਂਕੜਾ ਮਾਰਿਆ, ਚੌਂਕੜਾ ਮਾਰ ਕੇ ਅਤੇ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਅੱਖਾਂ ਬੰਦ ਕਰ ਲਈਆਂ ਅਤੇ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ ਸਾਡੀ ਬਿਰਤੀ ਜੁੜ ਗਈ, ਮਨ ਇਕਾਗਰ ਹੋ ਗਿਆ। ਪਰ ਸਾਨੂੰ ਪਤਾ ਚੱਲ ਰਿਹਾ ਵੀ ਆਪਾਂ ਵਾਹਿਗੁਰੂ ਕਹਿ ਰਹੇ ਹਾਂ। ਇੱਕ ਤਾਂ ਆਪਾਂ ਨੂੰ ਇਹ ਪਤਾ ਕਿ ਸਾਡੀ ਜ਼ੁਬਾਨ ਜਾਂ ਸਾਡਾ ਕੰਠ ਬੋਲ ਰਿਹਾ ਹੈ, ਜਾਂ ਸਾਡਾ ਹਿਰਦਾ ਚੱਲ ਰਿਹਾ ਹੈ, ਜਾਂ ਧੁਨੀ 'ਚ ਜਾਪ ਚੱਲ ਰਿਹਾ। ਅਤੇ ਇੱਕ ਤਾਂ ਆਪਣੇ ਬਾਰੇ ਸਾਨੂੰ ਸੋਝੀ ਹੈ, ਇੱਕ ਵਾਹਿਗੁਰੂ ਸਾਨੂੰ ਸੁਣ ਰਿਹਾ ਹੈ। ਇੱਕ ਤਾਂ ਆਪਾਂ ਕਰਨ ਵਾਲੇ ਹੋ ਗਏ, ਇੱਕ ਵਾਹਿਗੁਰੂ ਹੋ ਗਿਆ ਜਿਹੜਾ ਵਾਹਿਗੁਰੂ ਨਾਮ ਹੈ। ਇੱਕ ਜਿਹਦੀ ਪ੍ਰਾਪਤੀ ਲਈ ਕਰ ਰਹੇ ਹਾਂ ਉਹਦਾ ਧਿਆਨ ਹੋ ਗਿਆ ਵੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਕਰ ਰਹੇ ਹਾਂ। ਇਹ ਤਿੰਨੇ ਚੀਜ਼ਾਂ ਵੱਖ-ਵੱਖ ਹੋ ਗਈਆਂ ਨਾ। ਆਪਣਾ ਆਪ ਵਾਹਿਗੁਰੂ ਮੰਤਰ ਅਤੇ ਵਾਹਿਗੁਰੂ ਦਾ ਜੋਤੀ ਸਰੂਪ। ਜਿੰਨਾ ਚਿਰ ਇਹ ਤਿੰਨੇ ਚੀਜ਼ਾਂ ਵੱਖ-ਵੱਖ ਨੇ, ਤ੍ਰਿਪੁਟੀ ਬਣੀ ਹੋਈ ਹੈ, ਉਹਨਾਂ ਚਿਰ ਤਾਂ ਸਮਝ ਲਓ ਸਾ ਵਿਕਲਪ ਸਮਾਧੀ ਹੈ। ਮਤਲਬ ਪੂਰਨ ਸਮਾਧੀ ਨਹੀਂ ਹੈ। 5 ਮਿੰਟ ਵੀ ਉਹ ਮਨ ਟਿਕ ਸਕਦਾ ਹੈ, 10 ਮਿੰਟ ਵੀ ਟਿਕ ਸਕਦਾ। ਜਿਹਦਾ 5-10 ਮਿੰਟ ਵੀ ਟਿਕਣ ਲੱਗ ਪਿਆ, ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਈਸ਼ਵਰ ਅਮੋਲਕ ਲਾਲ ਪੁਸਤਕ ਦੇ ਵਿੱਚ ਲਿਖਿਆ ਹੈ ਕਿ ਉਹਦੀ ਸਮਾਧੀ ਲੱਗਣੀ ਸ਼ੁਰੂ ਹੋ ਗਈ। ਸਮਝ ਲਓ ਉਹ ਭਾਗਾਂ ਵਾਲੀ ਰੂਹ ਬਣ ਗਈ।
ਮਨ ਉਸ ਬੰਦੇ ਦਾ ਨਹੀਂ ਟਿਕਦਾ। ਆਪਾਂ ਸਵਾਲ ਕਰਦੇ ਹਾਂ ਨਾ ਵੀ ਸਾਡਾ ਮਨ ਨਹੀਂ ਟਿਕਦਾ। ਮਹਾਂਮੁਖ ਪਤਾ ਨਹੀਂ ਡਰਾਉਣ ਕਰਕੇ ਜਾਂ ਹਾਸੇ ਨਾਲ ਕਹਿੰਦੇ ਹੁੰਦੇ। ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਜਿਹੜਾ ਕੁੱਤਿਆਂ ਬਿੱਲਿਆਂ ਪਸ਼ੂਆਂ ਡੰਗਰਾਂ ਦੀ ਜੂਨ 'ਚੋਂ ਆਇਆ ਉਹਨੂੰ ਜਾਪ ਸਾਹਿਬ ਯਾਦ ਨਹੀਂ ਹੁੰਦਾ। ਇਸ ਲਈ ਬੰਦੇ ਬਣੋ ਅਤੇ ਜਾਪ ਸਾਹਿਬ ਨੂੰ ਯਾਦ ਕਰੋ। ਪਤਾ ਨਹੀਂ ਡਰਾਉਣ ਖਾਤਰ ਸਿੰਘ ਸੋ ਘਬਰਾ ਕੇ ਡਰ ਕੇ ਮਹਾਂਪੁਰਖਾਂ ਦੀ ਹਦਾਇਤ ਨਾਲ ਜਾਪ ਸਾਹਿਬ ਕੰਠ ਕਰਦੇ। ਬਾਬੇ ਜਰਨੈਲ ਸਿੰਘ ਵੇਲੇ ਵੀ ਇੱਕ ਭਜੰਗੀ ਨੂੰ ਮੈਂ ਵੇਖਿਆ ਰੋ ਰਿਹਾ ਸੀ ਟੁੱਟੀ ਗੰਢੀ ਸਾਹਿਬ ਦੇ ਸਾਹਮਣੇ। ਉਹ ਮਾਘ ਦੇ ਦਿਨ ਸੀਗੇ, ਅੰਮ੍ਰਿਤ ਵੇਲੇ ਧੁੰਦ ਪਈ ਹੋਈ, ਠੰਡਾ ਪਾਣੀ ਬਰਫ਼ ਨਾਲੋਂ ਵੀ, ਅਤੇ ਉਹ ਨਾਲੇ ਖੜ੍ਹਿਆ ਕੰਬ ਰਿਹਾ, ਨਾਲੇ ਗੁਟਕਾ ਫੜਿਆ, ਨਮਸਤਵੰਗ ਕਾਲੇ ਨਮਸਤਵੰਗ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕਾਕਾ ਕੀ ਹੋਇਆ? ਨਾਲੇ ਵਿਚਾਰਾ ਰੋ ਰਿਹਾ। ਕਹਿੰਦਾ ਮੈਨੂੰ ਸਜ਼ਾ ਮਿਲੀ ਹੋਈ ਹੈ। ਸਜ਼ਾ ਤੈਨੂੰ ਕਿਹਨੇ ਦੇ ਦਿੱਤੀ? ਕਹਿੰਦਾ ਜੀ ਸੰਤਾਂ ਨੇ ਸਜ਼ਾ ਲਾਈ ਹੋਈ ਹੈ। ਛੋਟਾ ਜਿਹਾ ਵਿਚਾਰਾ। ਅਤੇ ਮਹਾਂਪੁਰਖ ਉੱਥੇ ਗਏ ਕਥਾ ਕਰਨ ਵਾਸਤੇ, ਜਥਾ ਨਾਲ ਸੀਗਾ। ਕਹਿੰਦਾ ਮੈਨੂੰ ਜਾਪ ਸਾਹਿਬ ਯਾਦ ਨਹੀਂ ਹੋ ਰਿਹਾ। ਅਤੇ ਸੰਤ ਜੀ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਯਾਦ ਨਾ ਕਰੇਗਾ ਉਹਨਾਂ ਚਿਰ ਤੈਨੂੰ ਸਰੋਵਰ 'ਚੋਂ ਨਹੀਂ ਕੱਢਣਾ, ਪਾਣੀ 'ਚ ਖੜਾ ਰਹੋ। ਯਾਦ ਕਰੇਗਾ ਨਾ। ਤਾਂ ਇਸ ਤਰ੍ਹਾਂ ਗੁੱਸੇ ਵਿੱਚ ਵੀ ਸੋ ਪ੍ਰੇਮੀਆਂ ਦਾ, ਗੁਰਸਿੱਖਾਂ ਦਾ ਭਲਾ ਕਰਦੇ। ਇੰਝ ਸਾਧ ਸੰਗਤ ਜੀਓ, ਮਹਾਂਪੁਰਖਾਂ ਦੀਆਂ ਹਦਾਇਤਾਂ ਹਨ, ਉਹ ਭਲੇ ਵਾਲੀਆਂ ਨੇ। ਉਹਨਾਂ ਦੇ ਬਚਨ ਬੜੇ ਅਮੋਲਕ ਹਨ। ਜੇ ਬਾਣੀ ਦੇ ਵਿੱਚ ਚਿੱਤ ਜੁੜ ਗਿਆ ਤਾਂ ਸਮਝ ਲਓ ਵੀ ਆਪਣੇ ਜਿਹੜੇ ਪਿਛਲੇ ਪਾਪ ਹਨ ਉਹ ਖਤਮ ਹੋ ਗਏ। ਚਿੱਤ ਕਿਉਂ ਨਹੀਂ ਜੁੜਦਾ? ਵੀ ਪਿਛਲੇ ਪਾਪ ਹਾਵੀ ਹੁੰਦੇ ਨੇ। ਬੰਦੇ ਨੂੰ ਨੀਂਦ ਵੀ ਤਾਂ ਹੀ ਆਉਂਦੀ ਆ, ਮੇਰੀ ਤਾਂ ਅੱਖਾਂ ਹੀ ਬੰਦ ਹੋਣ ਲੱਗ ਪੈਂਦੀਆਂ। ਕਾਰਨ ਕੀ ਆ? ਸਿਰ 'ਤੇ ਇੰਨਾ ਭਾਰ ਪੈ ਜਾਂਦਾ ਜਿਹਨੇ ਕਿਤੇ ਟੋਕਰਾ ਰੱਖ ਦਿੱਤਾ ਹੋਏ। ਉਹ ਚੰਗੇ ਭਲੇ ਤੁਰੇ ਫਿਰੋ, ਜੋ ਮਰਜ਼ੀ ਗੱਲਾਂ ਬਾਤਾਂ ਮਾਰਦੇ ਰਹੋ। ਗੁਟਕਾ ਫੜਦਿਆਂ ਸਾਰੀ ਸਿਰ ਭਾਰਾ ਕਿਉਂ ਹੁੰਦਾ ਹੈ? ਉਹ ਅਗਿਆਨ ਹੈ, ਅਵਿਦਿਆ ਹੈ। ਪਿਛਲੇ ਜਨਮਾਂ ਦੇ ਪਾਪ ਉਹ ਸਿਰ ਨੂੰ ਚੜ੍ਹ ਜਾਂਦੇ ਨੇ। ਜਿਹੜੇ ਭੂਤ ਪ੍ਰੇਤ ਨੇ ਉਹ ਬੰਦੇ ਨੂੰ ਗੁਰਦੁਆਰੇ ਨਹੀਂ ਆਉਣ ਦਿੰਦੇ, ਨਾਮ ਨਹੀਂ ਜਪਣ ਦਿੰਦੇ, ਨਹਾਉਣ ਨਹੀਂ ਦਿੰਦੇ, ਗੰਦਾ ਮੰਦਾ ਰਹੋ। ਇਸ ਤਰ੍ਹਾਂ ਭੂਤ ਦੀ ਤਰ੍ਹਾਂ ਅਗਿਆਨ ਚੰਬੜਿਆ ਹੋਇਆ, ਪਾਪਾਂ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ। ਮਨ ਟਿਕਦਾ ਹੀ ਨਹੀਂ ਹੈ। ਜੇ ਮਾੜਾ ਮੋਟਾ ਟਿਕਣ ਦੀ ਕੋਸ਼ਿਸ਼ ਕਰੀਏ ਤਾਂ ਨੀਂਦਰ ਆ ਕੇ ਘੇਰ ਲੈਂਦੀ ਹੈ। ਤੋ ਜਿਹੜਾ ਜਾਗਰਤ ਅਵਸਥਾ ਸਾਵਧਾਨਤਾ ਦੇ ਨਾਲ ਗੁਰਬਾਣੀ ਦਾ ਪਾਠ ਪੜ੍ਹਦਾ ਅਤੇ ਇਕਾਗਰਤਾ ਦੇ ਵਿੱਚ ਕਰਦਾ, ਸਮਝ ਲਓ ਵੀ ਉਹਦੇ ਪਾਪ ਝੜ ਗਏ। ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਇਸ ਲਈ ਘਬਰਾਉਣਾ ਨਹੀਂ ਚਾਹੀਦਾ। ਮਨ ਟਿਕ ਗਿਆ ਤਾਂ ਬ੍ਰਹਮ ਗਿਆਨੀ ਬੰਦਾ ਬਣ ਗਿਆ, ਫਿਰ ਤਾਂ ਬੇੜੇ ਪਾਰ ਹੋ ਗਏ। ਮਨ ਟਿਕਾਉਣ ਲਈ ਤਾਂ ਆਈਦਾ, ਅਭਿਆਸ ਹੀ ਮਨ ਟਿਕਾਉਣ ਲਈ ਕਰੀਦਾ। ਇਸ ਲਈ ਘਬਰਾ ਕੇ ਅਭਿਆਸ ਨਹੀਂ ਛੱਡਣਾ ਵੀ ਮਨ ਨਹੀਂ ਟਿਕਦਾ। ਮਨ ਨੂੰ ਮੈਲ ਜੂ ਲੱਗੀ ਹੈ ਤਾਂ ਟਿਕਦਾ ਨਹੀਂ। ਤਾਂ ਇਸ ਲਈ ਕਹਿੰਦੇ ਹਨ ਕਿ ਜਿਹੜਾ ਸਮਾਧੀ ਹੈ ਉਹ 5 ਮਿੰਟ ਦੀ ਵੀ 10 ਮਿੰਟ ਦੀ ਵੀ ਜਿਹਦੀ ਲੱਗ ਜਾਏ, ਭਾਵ ਇਕਾਗਰਤਾ ਬਣ ਜਾਏ, ਸਮਝ ਲਓ ਕਿ ਉਹਦੇ ਪਾਪ ਨਿਵਰਤ ਹੋ ਗਏ, ਉਹਦੇ ਬੇੜੇ ਪਾਰ ਹੋ ਗਏ। ਜਹ ਤ੍ਰਿਪਟੀ ਵਿਲਕ ਵਿਕਲਪ ਵਹੀਨਾ। ਹੌਲੀ ਹੌਲੀ 5 ਤੋਂ 10 ਮਿੰਟ, 10 ਤੋਂ 15 ਮਿੰਟ, 15 ਤੋਂ 30 ਮਿੰਟ, ਜਿਵੇਂ ਜਿਵੇਂ ਅਭਿਆਸ ਕਰਦਾ ਉਹ ਸਾ ਵਿਕਲਪ ਸਮਾਧੀ ਤੋਂ ਅੱਗੇ ਮੁੜ ਕੇ ਨਿਰਵਿਕਲਪ ਸਮਾਧੀ ਚਲਾ ਜਾਂਦਾ, ਜਿੱਥੇ ਫਿਰ ਸਰੀਰ ਦੀ ਸੋਝੀ ਨਹੀਂ ਰਹਿੰਦੀ। ਸਿਰ ਪੀੜ ਹੋ ਰਿਹਾ, ਗੋਡੇ ਦਰਦ ਕਰ ਰਹੇ ਨੇ, ਜਾਂ ਲੱਕ ਦੇ ਵਿੱਚ ਦਰਦ ਉੱਠ ਰਹੀ ਹੈ, ਜਾਂ ਚੌਂਕੜਾ ਨਹੀਂ ਮਾਰਿਆ ਜਾਂਦਾ, ਬੈਠਾ ਨਹੀਂ ਜਾਂਦਾ, ਜਾਂ ਨੀਂਦ ਆ ਰਹੀ ਹੈ। ਇਹ ਵੀ ਸਭ ਕੁਝ ਭੁੱਲ ਕੇ ਕੇਵਲ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ। ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਫਿਰ ਸਿਰ ਦਰਦ ਦੂਰ ਹੁੰਦੀ ਹੈ, ਥਕਾਵਟ ਲੱਥਦੀ ਹੈ। ਪਹਿਲੀ ਅਵਸਥਾ ਦੇ ਵਿੱਚ ਜਿੱਥੋਂ ਤੱਕ ਮੈਂ ਸਮਝਿਆ, ਵੱਧ ਤੋਂ ਵੱਧ 1 ਹਫ਼ਤਾ 7 ਦਿਨ ਬੰਦਾ ਔਖਾ ਹੁੰਦਾ ਹੈ। 7 ਦਿਨਾਂ ਤੋਂ ਬਾਅਦ ਜਿਵੇਂ ਹੀ 8ਵਾਂ ਦਿਨ ਚੜ੍ਹਦਾ ਹੈ, ਜਿਹਨੂੰ ਕਹਿੰਦੇ ਗੋਰੇ ਯੂਜ਼ ਟੂ, ਬੰਦਾ ਹੋ ਰਹਿੰਦਾ ਹੈ। ਤੁਸੀਂ 1-2 ਵਾਰੀ ਆਓਗੇ, ਭੱਜ ਕੇ ਗੁਰਦੁਆਰੇ ਆਉਣਾ ਪਊਗਾ। ਪਰ ਜਿਉਂ ਹੀ ਹਫ਼ਤਾ ਕੁ ਲੰਘ ਜਾਊਗਾ ਫਿਰ ਬੰਦਾ ਆਦੀ ਹੋ ਜਾਂਦਾ। ਜਦੋਂ ਟਾਈਮ ਹੁੰਦਾ ਫਿਰ ਆਪਣੇ ਆਪ ਹੀ ਟਾਈਮ ਨਿਕਲ ਜਾਂਦਾ। ਘਰ ਦੇ ਵੀ ਕਹਿੰਦੇ ਵੀ ਜਾ ਤੇਰਾ ਟਾਈਮ ਹੋਇਆ, ਨਿਕਲ ਇੱਥੋਂ। 1-2 ਦਿਨ ਹਫ਼ਤਾ ਖੰਡ ਬੜਾ ਔਖਾ ਜਿਹਾ ਲੱਗਦਾ। ਕੋਈ ਵੀ ਕੰਮ ਹੈ ਸ਼ੁਰੂ ਕਰਕੇ ਦੇਖ ਲਓ, ਫਿਰ ਉਹ ਜਿਹੜਾ ਮਨ ਹੈ ਉਹਨੂੰ ਅਸੈਪਟ ਕਰ ਲੈਂਦਾ, ਯੂਜ਼ ਟੂ ਹੋ ਜਾਂਦਾ। ਇਉਂ ਮਹਾਰਾਜ ਦੀ ਵੀ ਕਿਰਪਾ, ਸੰਗਤ ਦੇ ਵਿੱਚ ਤਾਂ ਰੱਬ ਦੀ ਕਿਰਪਾ ਵਰਤਦੀ ਆ।
ਫਿਰ ਨਿਰਵਿਕਲਪ ਸਮਾਧੀ ਵਿੱਚ ਚਲਾ ਜਾਂਦਾ ਹੈ। ਏਕਾ ਬ੍ਰਹਮ ਭਾਵ ਸਮੇਤ ਸਮਾਧੀ। ਸੋ ਇੱਕ ਬ੍ਰਹਮ ਭਾਵ ਦੀ ਰਹਿ ਜਾਂਦਾ ਹੈ ਤੇ ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ। ਆਪਣਾਤਨੀ ਫੁਰਦੀ, ਆਪਣੇ ਆਪ ਦਾ ਚੇਤਾ ਭੁੱਲ ਜਾਂਦਾ। ਜਿਵੇਂ ਗੁਰੂ ਹਰਿ ਸਾਹਿਬ ਜੀ ਨੇ ਕਾਬਲ ਤੋਂ ਆਏ ਸਿੱਖ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਬਾਬੇ ਰਾਮ ਰਾਏ ਦੀ ਅਵਸਥਾ ਦਿਖਾਈ ਸੀਗੀ। ਜਦੋਂ ਸਹਿਜ ਪਾਠ ਕਰਦੇ ਸਿੱਖ ਨੇ ਦਰਸ਼ਨ ਕੀਤੇ, ਸੂਈ ਲੈ ਗਿਆ ਤਾਂ ਬਾਬਾ ਰਾਮ ਰਾਏ ਜਿੱਥੇ ਪਾਠ ਕਰ ਰਿਹਾ ਸੀ ਉੱਥੇ ਹੁਕਮਨਾਮਾ ਆਇਆ, ਅਨਕ ਯਤਨ ਕਰ ਆਤਮ ਨਹੀਂ ਦਰਵੈ। ਆਤਮ ਦਾ ਅਰਥ ਮਨ ਹੈ, ਆਤਮਾ ਨਹੀਂ। ਅਨੇਕਾਂ ਯਤਨ ਕਰ ਲਏ ਪਰ ਮਨ ਨਹੀਂ ਦਰਵਦਾ। ਬਾਣੀ ਪੜ੍ਹ ਰਹੇ ਨੇ ਪਿਆਰ ਨਾਲ ਪਰ ਮਨ ਨਹੀਂ ਮਿਲਿਆ ਹੋਇਆ। ਮਨ ਮਿਲੇ ਤੇ ਮੇਲੇ ਨੇ। ਤ੍ਰਿਕੁਟੀ ਨਹੀਂ ਮਿਟੀ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗਏ। ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗਏ ਪਾਠ ਕਰ ਰਹੇ, ਉੱਥੇ ਗਿਆ ਤੇ ਸੂਈ ਝੱਟ ਖੁੱਭ ਗਈ। ਉੱਥੇ ਹੁਕਮਨਾਮਾ ਆਇਆ ਕਿ ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਮਹਾਰਾਜ ਨੇ ਸਮਝਾਇਆ ਕਿ ਬਾਣੀ ਦੋਵੇਂ ਵੇਖੋ ਪਿਆਰ ਨਾਲ ਪੜ੍ਹੇ। ਰਸ ਬੜਾ ਸੀ ਜ਼ਬਾਨ 'ਚ ਬਾਬੇ ਰਾਮ ਰਾਏ ਦੇ ਵੀ, ਦੋਵੇਂ ਸਹਿਜ ਪਾਠ ਕਰਦੇ, ਪੰਜ ਗ੍ਰੰਥੀ ਦਾ ਨਿੱਤ ਨੇ। ਪਰ ਇੱਕ ਤ੍ਰਿਕੁਟੀ ਦੇ ਵਿੱਚ ਹੈ, ਇੱਕ ਤ੍ਰਿਕੁਟੀ ਤੋਂ ਰਹਿਤ ਹੋ ਕੇ ਪ੍ਰਭੂ ਦੇ ਵਿੱਚ ਅਭੇਦ ਹੋ ਕੇ ਬ੍ਰਹਮ ਦੀਸੈ ਬ੍ਰਹਮ ਸੁਣੀਆ, ਲੀਨ ਹੋ ਕੇ ਪੜ੍ਹਿਆ। ਜੋ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸਰੀਰ ਦਾ ਵੀ ਚੇਤਾ ਭੁੱਲਿਆ। ਇਸ ਤਰ੍ਹਾਂ ਇਹ ਅਵਸਥਾ ਪ੍ਰਵਾਨ ਹੈ। ਨਿਕਲਕ ਨਿਰਵਿਕਲਪ ਤਿਹ ਕੋ ਮਨ ਚੀਨਾ। ਸਾਧ ਸੰਗਤ ਜੀ ਉਸ ਨੂੰ ਨਿਰਵਿਕਲਪ ਸਮਾਧੀ ਜਾਣਨਾ ਕਰੋ। ਵਿਸ਼ ਬਿਮਾਨੀ ਕੇ ਸਾਖੀ ਮਾਹ। ਸਾਖੀ ਦੇ ਵਿੱਚ ਵਿਸ਼ ਅਭਿਮਾਨੀ ਦੀ ਸਮਾਧੀ ਦੀ। ਦੋਇ ਪ੍ਰਕਾਰ ਕੀ ਕਹ ਪਰ ਬੀਨਾ। ਚਤੁਰ ਲੋਕ ਦੋ ਪ੍ਰਕਾਰ ਦੀ ਕਹਿੰਦੇ ਨੇ, ਨਿਰਵਿਕਲਪ ਤੇ ਸਾ ਵਿਕਲਪ। ਸਮਾਦ ਮੂਰਛਾ ਤੀਨ ਅਵਸਥਾ। ਹੁਣ ਤੁਰੀ ਅਵਸਥਾ ਬਾਰੇ ਤੁਹਾਨੂੰ ਦੱਸਦੇ ਹਾਂ। ਮੂਰਛਾ ਸਮਾਧੀ ਤਿੰਨ ਅਵਸਥਾ, ਜਾਗਰਤ ਸੁਪਨ ਦੇ ਸੁਖੋਪਤ। ਸਭਨ ਪ੍ਰਕਾਸ਼ੈ ਭਾਵਾ ਭਾਵ। ਸਭਨਾਂ ਦੇ ਹੋਣ ਨਾ ਹੋਣ ਨੂੰ ਪ੍ਰਕਾਸ਼ੇ। ਨਿਜ ਅਨਸੂਤ ਸਭਨ ਮੈਂ ਦੇਖਾ। ਆਪਣੇ ਆਪ ਨੂੰ ਸਭ ਦੇ ਵਿੱਚ ਮਿਲਿਆ ਹੋਇਆ ਵੇਖੇ। ਹਾਉ ਹੋਏ ਪਿਖਨ ਹਾਰੇ ਔਰ ਲਾਇਵ। ਔਰ ਅਨੁਭਵ ਕਰੇ ਕਿ ਮੈਂ ਹੀ ਸਭ ਦਾ ਵੇਖਣ ਹਾਰ ਹਾਂ। ਜਾਗਰਤ ਥੂਲ ਬਿਰਤ ਸੋ ਮਿਲ ਕੈ। ਜਾਗਰਤ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ। ਸੁਪਨੇ ਸੂਖਮ ਬਿਰਤ ਮਿਲਾਵ। ਸੁਪਨੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ ਸਖੋਪਤੀ ਵਿੱਚ। ਬਿਰਤ ਅਵਿਦਿਆ ਸੁਖ ਪਤ ਮਹਿ ਮਿਲ। ਅਵਿਦਿਆ ਬਿਰਤੀ ਨਾਲ ਮਿਲ ਕੇ ਜੋ ਸਭ ਨੂੰ ਵੇਖੇ। ਵੇਖੈ ਜੋ ਤੁਰੀਆ ਅਵਸਥਾ ਗਾਵ। ਉਹਨੂੰ ਤੁਰੀਆ ਅਵਸਥਾ ਕਹਿੰਦੇ ਹਨ, ਜੋ ਤਿੰਨਾਂ ਗੁਣਾਂ ਤੋਂ, ਰਜੋ ਗੁਣ ਤੋਂ, ਤਮੋ ਗੁਣ ਤੋਂ ਤੇ ਸਤੋ ਗੁਣ ਤੋਂ ਉੱਪਰ ਹੈ। ਇੱਥੋਂ ਤੱਕ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਇਹ ਵਿਦਾਂਤ ਦੀ ਕਥਾ ਵਿਚਾਰੀ ਹੈ। ਅਸਲ 'ਚ ਜਿਹੜਾ ਗਿਆਨ ਹੈ ਕਥਾ ਦੇ ਨਾਲ ਨਹੀਂ ਆਉਂਦਾ, ਜਿੰਨਾ ਚਿਰ ਅਭਿਆਸ ਨਾ ਕਰੀਏ। ਅਭਿਆਸ ਇਕੱਲੇ ਬਹਿ ਕੇ ਕੰਧ ਵੱਲ ਮੂੰਹ ਕਰਕੇ ਕਰਨਾ ਪੈਂਦਾ, ਸਿਰ ਠਾਂ ਸੁੱਟ ਕੇ। ਕਮਾਈ ਦੇ ਨਾਲ ਹੀ ਗੱਲ ਬਣਦੀ ਹੈ। ਇਹ ਤਾਂ ਇੱਕ ਆਪਣਾ ਟਾਈਮ ਸਫਲ ਕਰਨ ਦਾ ਉੱਤਮ ਸਾਧਨ ਹੈ ਜੋ ਮਹਾਰਾਜ ਜੀ ਨੇ ਕਥਾ ਕੀਰਤਨ ਦਾ ਸਾਨੂੰ ਬਖਸ਼ਿਆ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਐਸੀ ਅਵਸਥਾ ਸਮੂਹ ਸੰਗਤਾਂ ਨੂੰ ਬਖਸ਼ਿਸ਼ ਕਰਨ, ਭੁੱਲਾਂ ਚੁੱਕਾ ਖਿਮਾ ਕਰਨ ਦੀ ਅੱਗੇ ਤੋਂ ਸਮੱਤ ਬਖਸ਼ਣ। ਜਾਗਰਤ ਥੂਲ ਬਿਰਤ ਸੋ ਮਿਲ ਕੈ। ਸੁਪਨੇ ਸੂਖਮ ਬਿਰਤ ਮਿਲਾਵ। ਬਿਰਤ ਵਿਦਿਆ ਸੁਖ ਪਤ ਮੈਂ ਮਿਲ। ਪਿਖਾ ਜਤੁਰੀਆ ਵਸਥਾ ਗਾਵ। ਵਾਹਿਗੁਰੂ ਜੀ ਕਾ ਖਾਲਸਾ